किसान एकता, किसान एकता, किसान एकता। ਆਜ਼ਾਦੀ ਇੱਕ ਬਹੁਤ ਵੱਡਾ ਨਾਮ ਹੈ ਕਿਉਂਕਿ ਮੈਂ ਜਦੋਂ ਕਿਸਾਨ ਮੋਰਚੇ ਦੇ ਦਿੱਲੀ ਭਾਜੀ ਨਾਲ ਗਿਆ ਸੀਗਾ ਤੇ ਜਦੋਂ ਮੈਂ ਵੀਡੀਓ ਐਡਿਟ ਕਰਦਾ ਸੀਗਾ ਤਾਂ ਉੱਥੇ ਨਾ ਬੜਾ ਯਾਨੀ ਕਿ ਕੁਝ ਇਮੋਸ਼ਨਲ ਨਿਕਲ ਕੇ ਆਉਂਦਾ ਹੁੰਦਾ ਸੀਗਾ। ਇੱਕ ਵਾਰ ਮੈਂ ਤੁਹਾਡੀ ਇੰਟਰਵਿਊ ਕੱਟ ਰਿਹਾ ਸੀਗਾ, ਉਹ 'ਚੋਂ ਨਾ ਇੱਕ ਚੀਜ਼ ਨਿਕਲ ਕੇ ਆਈ। ਉੱਥੇ ਨਾ ਕੁਝ ਬੀਬੀਆਂ ਜਿਹੜੀਆਂ ਭੈਣਾਂ ਸੀਗੀਆਂ ਉਹ ਕਾਲਜ ਜਾਂਦੀਆਂ ਹੁੰਦੀਆਂ ਸੀਗੀਆਂ ਤੇ ਜਾਂਦੇ ਜਾਂਦੇ ਨਾ ਯਾਨੀ ਕਿ ਮੈਂ ਹੁਣ ਵੀ ਇਮੋਸ਼ਨਲ ਹੋ ਰਿਹਾ। ਉਹ ਕਹਿੰਦੀ ਵੀ ਜਦੋਂ ਅਸੀਂ ਜਾਂਦੇ ਸੀ ਨਾ ਉਸ ਟਾਈਮ ਤਾਂ ਇੱਥੇ ਨਾ ਇਸ ਰੋਡ ਦੇ ਉੱਤੇ ਕੁੜੀਆਂ ਮੁੰਡੇ ਜਦੋਂ ਖੜੇ ਹੁੰਦੇ ਸੀਗੇ ਉਹ ਛੇੜਦੇ ਸੀਗੇ ਉਸ ਟਾਈਮ। ਤੇ ਜਦੋਂ ਕਿਸਾਨ ਭਰਾ ਆਪਣੇ ਗਏ ਉੱਥੇ ਉਹਨਾਂ ਦੀ ਹੈਲਪ ਕੀਤੀ ਵੀ ਇੱਥੇ ਅਸੀਂ ਹੈਗੇ ਹਾਂ, ਤੁਸੀਂ ਟੈਨਸ਼ਨ ਨਾ ਲਓ। ਮੈਨੂੰ ਹੁਣ ਵੀ ਯਾਨੀ ਕਿ ਉਹ ਹੋ ਰਿਹਾ ਵੀ ਸਾਡੇ ਤੇ ਕਾਫੀ ਸਾਲੇ ਆਜ਼ਾਦੀ ਨਹੀਂ ਮਿਲੀ। ਪੂਰਾ ਦਿਨ ਕੰਮ ਕਰਕੇ ਜਦੋਂ ਕਈ ਵਾਰੀ ਇੰਟਰਵਿਊ ਨੂੰ ਡਿਸਕਸ ਕਰਦੇ ਸੀ ਨਾ ਤਾਂ ਜਿਵੇਂ ਹੁਣ ਆਕਾਸ਼ ਤੋਂ ਗੱਲ ਵੀ ਨਹੀਂ ਹੋ ਰਹੀ ਸੀ ਕਿ ਕਿਵੇਂ ਉਹ ਜਜ਼ਬਾਤ ਸਾਂਝੇ ਕੀਤੇ, ਤਾਂ ਬੜੇ ਵਾਰੀ ਹੋਇਆ। ਮੈਂ ਕੱਲ ਵੀ ਅਸੀਂ ਅਜੇ ਉੱਥੇ ਜਾ ਕੇ ਆਏ ਹਾਂ ਤਾਂ ਮਤਲਬ ਅੰਦਰੋਂ ਜਿਹੜਾ ਹੈ ਨਾ ਉਹ ਹੂਕ ਨਿਕਲਦੀ ਹੈ ਕਿ ਸ਼ਰਮ ਆਉਣੀ ਚਾਹੀਦੀ ਹੈ ਸਰਕਾਰ ਨੂੰ। ਆਜ਼ਾਦੀ ਉੱਥੇ ਖੜ ਕੇ ਤੁਸੀਂ ਅੱਜ ਕਿਸਾਨਾਂ ਦੀ ਗੱਲ ਕਰ ਰਹੇ ਹੋ, ਇੱਕ ਦਿਨ ਤੁਹਾਨੂੰ ਸਰਿਆ ਨਹੀਂ, ਤੁਸੀਂ ਉਹਨਾਂ ਦੀ ਗੱਲ ਜਿਹੜੀ ਹੈ ਉਹਨਾਂ ਨੂੰ ਤੁਸੀਂ ਅੱਤਵਾਦੀ ਖਾਲਿਸਤਾਨੀ ਪਤਾ ਨਹੀਂ ਕੀ ਦੱਸਦੇ ਹੋ। ਪਹਿਲੀ ਗੱਲ ਤਾਂ ਜਾਤ ਪਾਤ ਬਹੁਤ ਜ਼ਿਆਦਾ ਹੈ। ਬੇਸ਼ੱਕ ਮੁੱਖ ਮੰਤਰੀ ਅੱਜ ਆਜ਼ਾਦੀ ਦਿਵਸ ਦੇ ਮੌਕੇ ਅਨੁਸੂਚਿਤ ਜਾਤੀਆਂ ਦੀ ਭਲਾਈ ਦੀ ਗੱਲ ਕਰਦੇ ਨੇ, ਵੱਡੇ ਫੰਡ ਰਿਲੀਜ਼ ਕਰਨ ਦੀ ਗੱਲ ਕਰਦੇ ਨੇ, ਪਰ ਜਾਤ ਪਾਤ ਦੇ ਨਾਮ ਤੇ ਨਿੱਤ ਦਿਨ ਹੀ ਇੱਥੇ ਕਤਲ ਹੁੰਦੇ ਨੇ ਜਾਂ ਫਿਰ ਨਿੱਤ ਨਵੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਕਿ ਐਸਸੀ ਵਰਗ ਜਿਹੜੀਆਂ ਖਬਰਾਂ ਹਮੇਸ਼ਾ ਸਾਹਮਣੇ ਆਉਂਦੀਆਂ ਨੇ। ਹਾਲਾਂਕਿ ਜਦੋਂ ਖਬਰ ਨਸ਼ਰ ਕਰਦੇ ਉਦੋਂ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਮੈਂਟਾਂ ਦੇ ਵਿੱਚ ਵੀ ਐਸਸੀ ਨਾਮ ਕਿਉਂ ਲਿਆ ਜਾਂਦਾ ਹੈ, ਵੀ ਕਿਉਂ ਜਾਤ ਨਾਲ ਜੋੜਿਆ ਜਾਂਦਾ, ਕਿਉਂਕਿ ਉਹ ਧੱਕੇਸ਼ਾਹੀ ਕਿਤੇ ਨਾ ਕਿਤੇ ਹੁੰਦੀ ਹੈ, ਤਾਂ ਕਰਕੇ ਸਾਨੂੰ ਉਹ ਨਸ਼ਰ ਕਰਨੀ ਪੈਂਦੀ ਹੈ। ਐਸਸੀ ਸ਼ਬਦ ਹੈ, ਦਲਿਤ ਵਰਗ ਹੈ, ਜਿਹੜਾ ਦਲਿਤ ਸ਼ਬਦ ਹੈ ਉਹ ਸਾਨੂੰ ਇਸਤੇਮਾਲ ਕਰਨਾ ਪੈਂਦਾ ਹੈ, ਉਹ ਮਜਬੂਰੀ 'ਚ ਕਰਨਾ ਪੈਂਦਾ ਕਿਉਂਕਿ ਉਹ ਧੱਕੇਸ਼ਾਹੀ ਹੋਈ ਹੁੰਦੀ ਹੈ। ਜੇ ਨਹੀਂ ਕਰਦੇ ਤਾਂ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਦੀ ਆਵਾਜ਼ ਦੱਬੀ ਕੁਚਲੀ ਰਹਿ ਜੂਗੀ। ਅਸੀਂ ਤਿਆਰ ਹੋ ਗਏ ਆਜ਼ਾਦੀ ਲਈ, ਨੌਜਵਾਨ ਤਿਆਰ ਹੈ ਇਸ ਵਕਤ ਆਜ਼ਾਦੀ ਵਾਪਸ ਲੈਣ ਲਈ। ਜਿਵੇਂ ਡਿਕਟੇਟਰਸ ਖੜੇ ਨੇ, ਤਿਆਰ ਨੇ ਕਿ ਅਸੀਂ ਕਬਜ਼ਾ ਕਰਨਾ, ਤਾਂ ਜਵਾਨ ਵੀ ਖੜਾ ਹੈ ਲੜਨ ਦੇ ਲਈ। ਜਿਹੜੇ ਆਪਣੇ ਬਾਰਡਰ ਦੇ ਕਿਸਾਨ ਬੈਠੇ ਆ, ਮੈਂ ਉਹਨਾਂ ਵੱਲ ਵੇਖ ਕੇ ਵੇਖਿਆ ਜਾਵੇ ਤਾਂ ਆਜ਼ਾਦੀ ਤਾਂ ਫਿਲਹਾਲ ਹਲੇ ਕਿਸੇ ਵਾਸਤੇ ਵੀ ਨਹੀਂ ਹੈਗੀ, ਰਾਈਟ। ਸੋ ਆਜ਼ਾਦੀ ਜਿੰਨਾ ਚਿਰ ਉਹ ਆਜ਼ਾਦ ਨਹੀਂ ਹੁੰਦੇ ਦਿਨ ਆਪਾਂ ਹਾਲੇ ਤੱਕ ਤਾਂ ਵੇਖਿਆ ਜਾਵੇ ਤੇ ਗੁਲਾਮ। ਸ਼ੁਰੂ ਸਰਦਾਰ ਭਗਤ ਸਿੰਘ ਤੋਂ ਹੁੰਦੀ ਹੈ ਆਜ਼ਾਦੀ, ਪਰ ਤੁਸੀਂ ਇੱਕ ਗੱਲ ਦੇਖਣ ਵਾਲੀ ਆ ਵੀ ਥੈਂਕ ਯੂ ਸਰ, ਉਹਨਾਂ ਨੇ ਆਜ਼ਾਦੀ ਦਾ ਸੂਰਜ ਨਹੀਂ ਚੜ੍ਹਦਾ ਦੇਖਿਆ, ਪਰ ਉਹਨਾਂ ਨੇ ਇਹ ਵੀ ਨਹੀਂ ਸ਼ਾਇਦ ਸੋਚਿਆ ਹੋਣਾ ਵੀ ਆਜ਼ਾਦੀ ਤੋਂ ਬਾਅਦ ਸਾਡਾ ਇਹ ਹਾਲ ਹੋਏਗਾ। ਅੱਜ ਜੋ ਸਮਾਂ ਅੱਜ ਉਸ ਟਾਈਮ ਦੀ ਲੜਾਈ ਭਗਤ ਸਿੰਘ ਨੇ ਜੋ ਸ਼ੁਰੂ ਕੀਤੀ ਸੀ ਉਹ ਹਥਿਆਰਾਂ ਨਾਲ ਸ਼ੁਰੂ ਹੋਈ ਸੀ, ਪਰ ਅੱਜ ਦੀ ਲੜਾਈ ਜਿਹੜੀ ਇਹ ਵਿਚਾਰਾਂ ਨਾਲ ਚੱਲਣ ਵਾਲੀ ਹੈ ਜੀ। ਇਹ ਵਿਚਾਰਾਂ ਨਾਲ ਸਾਨੂੰ ਲੜਨਾ ਪਏਗਾ। ਅੱਜ ਸਾਨੂੰ ਆਜ਼ਾਦੀ ਚਾਹੀਦੀ ਆ ਨਸ਼ਿਆਂ ਤੋਂ, ਬੇਰੁਜ਼ਗਾਰੀ ਤੋਂ, ਤੇ ਹੋਰ ਵੀ ਬਹੁਤ ਮੁੱਦੇ ਨੇ ਜਿਨ੍ਹਾਂ ਤੋਂ ਜੋ ਭ੍ਰਿਸ਼ਟਾਚਾਰ ਹੋ ਰਿਹਾ, ਉਹਨਾਂ ਚੀਜ਼ਾਂ ਸਾਨੂੰ ਆਜ਼ਾਦੀ ਚਾਹੀਦੀ ਆ। ਵੀ ਜਿਹੜੀ ਸਰਕਾਰਾਂ ਨੇ ਹਮੇਸ਼ਾ ਐਸ਼ ਕੀਤੀ ਹੈ, ਰਾਜ ਕਰਿਆ, ਹਾਲੇ ਤੱਕ ਰਾਜ ਕਰਦੇ ਆ ਰਹੇ ਨੇ, ਉਹਨਾਂ ਦੀਆਂ ਨੋਟਾਂ 'ਤੇ ਫੋਟੋਆਂ ਲੱਗ ਗਈਆਂ। ਜਿਨ੍ਹਾਂ ਨੇ ਸੰਘਰਸ਼ ਕੀਤਾ, ਅੱਗੇ ਹੋ ਕੇ ਸ਼ਹੀਦੀਆਂ ਕੀਤੀਆਂ ਨੇ, ਉਹਨਾਂ ਦੀ ਹਜੇ ਕੋਈ ਰਿਸਪੈਕਟ ਨਹੀਂ ਹੈਗੀ। ਮੋਹਾਲੀ, ਚੰਡੀਗੜ੍ਹ ਸਾਰੇ ਕਿਤੇ ਝੰਡੇ ਲਹਿਰਾਏ ਗਏ, ਪਰ ਸਭ ਤੋਂ ਪਹਿਲਾਂ ਤਸਵੀਰ ਆਉਂਦੀ ਹੈ ਭਵਾਨੀਗੜ੍ਹ ਤੋਂ, ਜਿੱਥੇ ਪੁਲਿਸ ਨੇ ਟੀਚਰਾਂ ਨੂੰ ਪਹਿਲਾਂ ਗੱਡੀ ਸੁੱਟਿਆ ਚੁੱਕ ਕੇ। ਠੀਕ ਹੈ ਜੀ, ਇਹ ਆਪਾਂ ਆਜ਼ਾਦ ਨਹੀਂ ਆ, ਗੁਲਾਮ ਆ। ਇਸ ਬਾਰੇ ਸਭ ਨੂੰ ਸਰਕਾਰਾਂ ਨੂੰ ਸੋਚਣਾ ਪਊਗਾ। ਕਿਸਾਨੀ ਮੁੱਦੇ ਨੇ ਜਿਹੜਾ ਅਦਾਰਾ ਔਨ 에ਅਰ ਟੀਚਰਾਂ ਦੇ ਹੱਕ 'ਚ ਵੀ ਸਰਕਾਰ ਨੂੰ ਸ਼ੇਮ ਕਰਾਂਗੇ ਅਸੀਂ। ਸ਼ੇਮ ਕਿ ਟੀਚਰਾਂ ਤੇ ਉੱਤੇ ਲਾਠੀਆਂ ਪੈਂਦੀਆਂ ਤਾਂ ਆਜ਼ਾਦੀ ਆ ਦਿਹਾੜੇ ਵਾਲੇ ਦਿਨ, ਜਿਵੇਂ ਅਤਰ ਨੇ ਦੱਸਿਆ। ਸਤਿ ਸ਼੍ਰੀ ਅਕਾਲ, ਔਨ 에ਅਰ ਦੇਖ ਰਹੇ ਹੋ ਤੁਸੀਂ, ਤੇ ਅੱਜ ਜਿਸ ਤਰੀਕੇ ਦਾ ਤੁਸੀਂ ਮੇਰੇ ਪਿੱਛੇ ਵਿਊ ਦੇਖ ਰਹੇ ਹੋ, ਔਨ 에ਅਰ ਦੀ ਸਾਰੀ ਫੈਮਿਲੀ ਇਕੱਠੀ ਹੋਈ ਹੈ। ਬਹੁਤ ਲੰਬੇ ਸਮੇਂ ਤੋਂ ਤਾਂ ਨਹੀਂ ਕਹਿ ਸਕਦੇ, 6 ਮਹੀਨਿਆਂ ਤੋਂ ਇਹ ਜਿਹੜਾ ਪਰਿਵਾਰ ਜੁੜਿਆ, ਔਰ ਇਸ ਜੁੜੇ ਹੋਏ ਪਰਿਵਾਰ ਦੇ ਮੋਹਰੀ ਜਿਹੜੇ ਹੈਗੇ ਸਿਮਰਨਜੋਤ ਸਿੰਘ ਮੱਕੜ, ਉਹਨਾਂ ਨੇ ਜਿਸ ਤਰੀਕੇ ਦੇ ਨਾਲ ਸਾਨੂੰ ਸਭ ਨੂੰ ਜੋੜਿਆ, ਔਰ ਇਸ ਵੇਲੇ ਜਿਸ ਤਰੀਕੇ ਦਾ ਇੱਕ ਸਾਡਾ ਆਫਿਸ ਬਣਿਆ ਹੋਇਆ ਬਹੁਤ ਸੋਹਣਾ ਜਿਹਾ, ਉਹ ਵੀ ਮੈਂ ਤੁਹਾਨੂੰ ਦਿਖਾਊਂਗੀ। ਪਰ ਅੱਜ ਅਸੀਂ ਇਕੱਠੇ ਹੋਏ ਹਾਂ ਸਾਰੇ। ਸਿਮਰਨ ਸਰ ਨਾਲ ਗੱਲ ਕਰਦੇ ਹਾਂ ਤੇ ਫਿਰ ਔਨ 에ਅਰ ਦੀ ਜਿੰਨੀ ਫੈਮਿਲੀ ਹੈਗੀ ਆ ਸਾਰਿਆਂ ਦੇ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਰਮਨ। ਬਹੁਤ ਰੇਅਰ ਹੁੰਦਾ ਕਿ ਅਸੀਂ ਸਾਰੇ ਜਣੇ ਇਕੱਠੇ ਹੋਈਏ, ਕੋਈ ਕਿਤੇ ਆਊਟਡੋਰ ਗਿਆ ਹੁੰਦਾ ਜਾਂ ਫਿਰ ਤੁਸੀਂ ਨਹੀਂ ਹੁੰਦੇ। ਅੱਜ ਬੜੇ ਦੇਰ ਬਾਅਦ ਫੈਮਿਲੀ ਪੂਰੀ ਨਹੀਂ ਆ, ਅਜੇ ਅੱਧੀ ਆ, ਪਰ ਕਿਵੇਂ ਲੱਗਦਾ? ਆਜ਼ਾਦੀ ਦਾ ਦਿਹਾੜਾ ਸੀਗਾ,
ਹਾਲਾਂਕਿ ਮੈਂ ਸਵੇਰ ਤੋਂ ਚਰਚਾ ਬਹੁਤ ਥਾਂ ਤੇ ਕਰ ਰਿਹਾ ਸੀਗਾ ਕਿ ਹੱਲੇ ਵਾਲਾ ਦਿਨ ਸੀਗਾ ਇਹ, ਦੋਵੇਂ ਪੰਜਾਬਾਂ ਇੱਕੋ ਪੰਜਾਬ ਨੂੰ ਵੰਡ ਦਿੱਤਾ ਗਿਆ, ਬੰਗਾਲ ਨੂੰ ਵੰਡ ਦਿੱਤਾ ਗਿਆ, ਕਰੋੜਾਂ ਲੋਕਾਂ ਦੀ ਜਾਨ ਗਈ, ਲੋਕ ਬੇਘਰ ਹੋਏ। ਅਸੀਂ ਉਹਨਾਂ ਚੋਂ, ਅਸੀਂ ਉਹ ਪਰਿਵਾਰ ਚੋਂ ਇੱਕ ਪਰਿਵਾਰ ਸਾਡਾ ਵੀ ਸੀ। ਮੇਰੇ ਦਾਦਾ ਜੀ ਹੁਣੇ, ਅਸੀਂ ਉਹਨਾਂ ਤੋਂ ਗੱਲਾਂ ਸੁਣਦੇ ਸੀਗੇ ਕਿ ਸਾਡਾ ਉਧਰ ਕੌੜਿਆਂ ਵਾਲੀ ਪਿੰਡ ਸੀਗਾ ਤੇ ਕਿਵੇਂ ਇੱਧਰ ਉੱਠ ਕੇ ਆਏ ਉਹ, ਤੇ ਉਹ ਸੰਤਾਪ ਜਿਹੜਾ ਪਰਿਵਾਰ ਨੇ ਝੱਲਿਆ, ਔਰ ਨਾਲ ਹੀ ਹਜ਼ਾਰਾਂ ਪਰਿਵਾਰ, ਸੈਂਕੜੇ ਜਿਹੜੇ ਉਹਨਾਂ ਦੇ ਪਰਿਵਾਰ ਨਾਲ ਆਏ, ਕਰੋੜਾਂ ਪੰਜਾਬੀ ਤੇ ਬੰਗਾਲੀ ਜਿਹੜੇ ਉਹਨਾਂ ਨੇ ਝੱਲਿਆ। ਤਾਂ ਮੈਨੂੰ ਲੱਗਦਾ ਕਿ ਠੀਕ ਹੈ, ਅਸੀਂ ਗੋਰਿਆਂ ਤੋਂ ਆਜ਼ਾਦੀ ਲੈ ਕੇ ਮੁਲਕ ਆਜ਼ਾਦ ਕਰਾ ਲਿਆ ਸੀਗਾ। ਸਾਨੂੰ ਬਹੁਤ ਸਾਰੇ ਵੀਰ ਨਾ ਆਜ਼ਾਦੀ ਨਾ ਮਨਾਉਣ ਦੀ ਵੀ ਇੱਕ ਗੱਲ ਕਰਦੇ ਕਿ ਅਸੀਂ ਕਿਹੜੀ ਆਜ਼ਾਦੀ ਮਨਾਉਂਦੇ ਆ, ਕਿ ਜਿਹੜਾ ਦਿਨ ਸਾਨੂੰ ਆਜ਼ਾਦ, ਅੱਜ ਬੇਰੁਜ਼ਗਾਰੀ ਹੈ, ਬੱਚੇ ਭੁੱਖੇ ਮਰਦੇ ਹੈ, ਅਸੀਂ ਸਾਡਾ ਮੁਲਕ ਹੈਪੀਨੈਸ ਇੰਡੈਕਸ ਤੇ ਦੇਖੋ ਕਿੱਥੇ, ਅਖੀਰ ਪਾਕਿਸਤਾਨ ਤੋਂ ਵੀ ਪਿੱਛੇ ਫਿਰਦੇ ਹਾਂ ਅਸੀਂ। ਗਰੀਬੀ ਅੱਜ ਵੀ ਅਸੀਂ ਲੜ ਰਹੇ ਹਾਂ, ਅੱਜ ਵੀ ਸਾਡੇ ਤੁਹਾਨੂੰ ਅਸੀਂ ਮੁਫਤ 'ਚ ਆਟਾ ਦੇ ਦਿਆਂਗੇ, ਦਾਲ ਦੇ ਦਿਆਂਗੇ, ਉਹ ਗੱਲਾਂ ਦੇ ਉੱਤੇ ਜ਼ਿਕਰ ਹੁੰਦੀ ਹੈ। ਅੱਜ ਵੀ ਅਸੀਂ ਡਾਂਗਾ ਖਾਈ ਜਾਂਦੇ ਹਾਂ ਮੋਤੀ ਮਹਿਲ ਦੇ ਬਾਹਰ। ਅੱਜ ਹੀ ਹੋਇਆ ਹੈ ਕਿ ਸਵੇਰੇ ਅਧਿਆਪਕਾਂ ਦੇ ਡਾਂਗਾ ਫਿਰੀਆਂ ਨੇ। ਤਾਂ ਜਦੋਂ ਉਹ ਸਾਰੇ ਕਾਸੇ ਦੇ ਵਿੱਚ ਮੈਂ ਇਹ ਸਮਝਦਾ ਕਿ ਜਦੋਂ ਇਹ ਗੱਲ ਆਉਂਦੀ ਹੈ ਕਿ ਮੁਲਕ ਦੀ ਵੀ ਗੱਲ ਆਉਂਦੀ ਹੈ ਕਿ ਖਾਸ ਤੌਰ ਤੇ ਪੰਜਾਬ ਨੂੰ, ਕਿ ਸਾਡੇ ਅਧਿਕਾਰ ਸਾਨੂੰ ਨਹੀਂ ਮਿਲੇ, ਸਾਡੇ ਪਾਣੀਆਂ ਪਿੱਛੇ ਅਸੀਂ ਲੜ ਰਹੇ ਹਾਂ, ਚੰਡੀਗੜ੍ਹ ਪਿੱਛੇ ਅਸੀਂ ਲੜ ਰਹੇ ਹਾਂ, ਪੰਜਾਬੀ ਬੋਲਦੇ ਸੂਬੇ ਪੰਜਾਬ ਨੂੰ ਮਿਲਣ ਉਹਦੇ ਪਿੱਛੇ ਅਸੀਂ ਲੜ ਰਹੇ ਹਾਂ, ਸਾਡੀ ਬੋਲੀ ਨੂੰ ਸਨਮਾਨ ਮਿਲੇ, ਮਾਂ ਬੋਲੀ ਪੰਜਾਬੀ ਖਾਤਰ ਅਸੀਂ ਲੜ ਰਹੇ ਹਾਂ, ਸਾਡੀ ਯੂਨੀਵਰਸਿਟੀ ਪਿੱਛੇ ਅਸੀਂ, ਹੁਣ ਸਾਡੀਆਂ ਤਾਂ ਯੂਨੀਵਰਸਿਟੀਆਂ ਵੀ ਖੋਹਣ ਲੱਗ ਗਏ ਤੁਸੀਂ ਦੇਖੋ। ਤਾਂ ਉਸ ਫੈਡਰਲ ਢਾਂਚੇ ਦੀ ਇੱਕ ਲੜਾਈ ਹੈ। ਔਰ ਮੈਂ ਵੀ ਕਹਿੰਦਾ ਕਿ ਜਿਹੜੇ ਲੋਕਾਂ ਨੂੰ ਧਰਮ ਨਹੀਂ ਹੈ ਇਹਦੇ 'ਚ, ਜਿਹੜਾ ਹੁਣ ਦਾ ਦੌਰ ਹੈ, ਜਿਹੜੀ ਹੁਣ ਦੀ ਨਿਜ਼ਾਮ ਹੈ, ਇਸ ਨਿਜ਼ਾਮ ਨੇ ਨਿਜ਼ਾਮ ਦੀ ਆਲੋਚਨਾ ਧਰਮ ਦੀ ਆਲੋਚਨਾ ਬਣਾਤੀ। ਜਿਵੇਂ ਮੈਂ ਕਹਿੰਦਾ ਕਿ ਮੋਦੀਜ਼ਮ ਜਾਂ ਬੀਜੇਪੀ ਦੀ ਆਲੋਚਨਾ ਦਾ ਮਤਲਬ ਹਿੰਦੂ ਧਰਮ ਦੀ ਆਲੋਚਨਾ ਨਹੀਂ ਹੈ, ਪਰ ਉਹ ਬਣਾਤਾ। ਜੇ ਤੁਸੀਂ ਅੱਜ ਸੋਸ਼ਲ ਤੇ ਵੀ ਜਾਓ, ਥੱਲੇ ਆਈਟੀ ਸੈੱਲ ਨੇ ਇੰਨੇ ਕੰਮ ਕਰਦੇ। ਜਦੋਂ ਤੁਸੀਂ ਜਿਵੇਂ ਮੇਰੇ ਯਾਦ ਹੈ ਕਿ ਮੈਂ ਬਤੌਰ ਪੱਤਰਕਾਰ, ਤੁਸੀਂ ਆਲੋਚਨਾ ਕਰਦੇ ਹੋ ਹੈ ਨਾ, ਜਿਸ ਦਿਨ ਨੀਰਜ ਚੋਪੜਾ ਨੇ ਦੇਸ਼ ਦਾ ਸਨਮਾਨ ਵਧਾਇਆ ਉਸ ਪੁੱਤ ਨੇ, ਤੇ ਮੈਂ ਉਹ ਦੋਨਾਂ ਦੀ ਤਸਵੀਰ ਪਾ ਕੇ ਵਿਅੰਗ ਕੀਤਾ, ਨਾਲ ਪ੍ਰਧਾਨ ਮੰਤਰੀ ਮੋਦੀ ਸੀ ਕਿ ਦੇਸ਼ 'ਚ ਸਭ ਤੋਂ ਵੱਧ ਲੰਬੀ ਸੁੱਟਣ ਵਾਲਾ। ਹੁਣ ਇਹ ਤੁਹਾਡੇ ਤੇ ਹੈ, ਮੈਂ ਤਾਂ ਨੀਰਜ ਚੋਪੜਾ ਦੀ ਗੱਲ ਕਰ ਰਿਹਾ ਕਿ ਗੋਲਡ ਲੈ ਕੇ ਆਇਆ, ਪਰ ਥੱਲੇ ਕਮੈਂਟਾਂ ਦਾ ਹੜ੍ਹ ਆਇਆ ਕਿ ਪ੍ਰਧਾਨ ਮੰਤਰੀ ਦੇ ਖਿਲਾਫ ਬੋਲਿਆ, ਇਹ ਤਾਂ ਹਿੰਦੂਆਂ ਦੇ ਖਿਲਾਫ ਹੈ ਇਹ। ਤਾਂ ਇਹੋ ਜਿਹਾ ਜਦੋਂ ਮਾਹੌਲ ਦੇਸ਼ 'ਚ ਸਿਰਜਿਆ ਪਿਆ ਹੋਵੇ, ਔਰ ਜਦੋਂ ਪ੍ਰਧਾਨ ਮੰਤਰੀ ਭਾਸ਼ਣ ਦਿੰਦੇ ਹੋਣ ਤਾਂ ਜਿਨ੍ਹਾਂ ਦਾ ਸਨਮਾਨ ਕਰ ਰਹੇ ਉਹਨਾਂ ਨੂੰ ਨੀਂਦ ਆਉਣ ਲੱਗ ਜੇ ਥੱਲੇ ਬੈਠਿਆਂ ਨੂੰ, ਤਾਂ ਸਾਨੂੰ ਸੋਚਣਾ ਤੇ ਵਿਚਾਰਨਾ ਤਾਂ ਪਊਗਾ ਨਾ। ਜਗਜੀਤ ਸਿੰਘ ਨੇ ਬਹੁਤ ਸੋਹਣਾ ਗਾਲਬ ਨੂੰ ਗਾਇਆ, ਜਿੱਥੇ ਉਹ ਕਹਿੰਦੇ ਕਿ ਦਿਲ ਕੇ ਖੁਸ਼ ਰੱਖਣੇ ਕੋ ਗਾਲਿਬ ਇਹ ਖਿਆਲ ਅੱਛਾ ਹੈ। ਤਾਂ ਉਸ ਅੱਛੇ ਖਿਆਲ 'ਚ ਅਸੀਂ, ਇਹ ਵੀ ਹੈ, ਮੇਰੀ ਇਹ ਓਪੀਨੀਅਨ ਹੈ ਨਾ, ਹਰੇਕ ਬੰਦੇ ਦਾ ਅਲੱਗ ਹੁੰਦਾ ਹੈ, ਕਿ ਇਸ ਸਾਰੀ ਲੜਾਈ ਦੇ ਵਿੱਚ ਮੈਂ ਘੱਟੋ ਘੱਟ ਮੁਲਕ ਪ੍ਰਤੀ ਓਨੈਸਟ ਤੇ ਮੁਲਕ ਨੂੰ ਪਿਆਰ ਕਰਨ ਵਾਲਾ ਇਨਸਾਨ ਆ। ਕਿ ਅਸੀਂ, ਜੇ ਸਾਡੀ ਲੜਾਈ ਹੈ, ਅਸੀਂ ਵੱਧ ਅਧਿਕਾਰਾਂ ਦੀ ਲੜਾਈ ਲੜਨੀ ਹੈ, ਜੇ ਅਸੀਂ ਆਪਦੇ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨਾ ਹੈ, ਜੇ ਅਸੀਂ ਆਪਦੀ ਮਾਈਨੋਰਿਟੀਜ਼ ਦੀ ਲੜਾਈ ਨੂੰ ਇੱਥੇ ਮਜ਼ਬੂਤ ਰੱਖਣਾ ਹੈ, ਤਾਂ ਇੱਥੇ ਰਹਿ ਕੇ ਤੇ ਇਹਦੇ ਵਿੱਚ ਹੀ ਲੜਨਾ ਹੈ। ਹਾਲਾਂਕਿ ਜੇ ਅਕਸਰ ਇਹ ਚਰਚਾ ਹੁੰਦੀ ਹੈ ਕਿ ਸਾਡੇ ਬਹੁਤ ਸਾਰੇ ਭਰਾਵਾਂ ਵੱਲੋਂ ਡਿਫਰੈਂਟ ਓਪੀਨੀਅਨ ਰੱਖਿਆ ਜਾਂਦਾ। ਅੱਜ ਇੱਕ ਪ੍ਰਮੁੱਖ ਪੰਜਾਬੀ ਦੀ ਅਖਬਾਰ 'ਚ ਇੱਕ ਖਾਸ ਜਿਹੜਾ ਆਰਗੇਨਾਈਜੇਸ਼ਨ ਹੈ, ਉਹਨਾਂ ਨੇ ਫ੍ਰੀ ਪੰਜਾਬ ਦੀ ਵੀ ਅੱਜ ਗੱਲ ਕੀਤੀ ਹੈ, ਪਰ ਉਹ ਹਰੇਕ ਦਾ ਆਪਣਾ ਓਪੀਨੀਅਨ ਹੈ, ਹਰੇਕ ਓਪੀਨੀਅਨ ਦਾ ਸਤਿਕਾਰ ਹੈ ਰਮਨ। ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਆਜ਼ਾਦੀ ਗੋਰਿਆਂ ਤੋਂ ਮਿਲੀ, ਉਹਦਾ ਸਤਿਕਾਰ ਮੈਂ ਤਾਂ ਕਰਦਾ ਕਿਉਂਕਿ ਭਗਤ ਸਿੰਘ ਹੁਣੇ ਸ਼ਹੀਦ ਹੋਏ। ਜੇ ਤੁਸੀਂ ਇਸ ਆਜ਼ਾਦੀ ਨੂੰ ਇਹਨੂੰ ਮਾਣਦੇ ਨਹੀਂ ਹੋ, ਇਹਨੂੰ ਠੁਕਰਾਉਂਦੇ ਹੋ, ਅੱਜ ਦਾ ਮਕਸਦ ਇਹ ਨਹੀਂ ਹੈ ਕਿ ਅਸੀਂ ਰਾਜਸ਼ਾਹੀ ਜਾਂ ਜਿਹੜੇ ਸੱਤਾ ਤੇ ਰਹੇ ਉਹਨੂੰ ਸੈਲੀਬ੍ਰੇਟ ਕਰ ਰਹੇ ਹਾਂ, ਜਾਂ ਅਸੀਂ ਫੋਕੀ ਆਜ਼ਾਦੀ ਨੂੰ ਸੈਲੀਬ੍ਰੇਟ ਨਹੀਂ ਕਰ ਰਹੇ। ਅੱਜ ਦੀ ਆਜ਼ਾਦੀ ਨੂੰ ਸੈਲੀਬ੍ਰੇਟ ਕਰਨ ਦਾ ਮਤਲਬ ਹੈ ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਯਾਦ ਕਰ ਰਹੇ ਹਾਂ, ਅਸੀਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ, ਮਹਾਨ, ਉਸ ਤੋਂ ਮਹਾਨ ਸੂਰਮਾ ਕਿਹੜਾ ਹੋਊਗਾ ਚੰਦਰ ਸ਼ੇਖਰ ਆਜ਼ਾਦ ਤੋਂ? ਤੁਸੀਂ ਸੋਚੋ, ਬਟੂਕੇਸ਼ਵਰ ਦੱਤ ਹੋਣੇ ਸੀਗੇ। ਤੇ ਮੈਨੂੰ ਲੱਗਦਾ ਕਿ ਦੂਜੇ ਪਾਸੇ ਤੁਸੀਂ ਦੇਖੋ ਕਿ ਕਿੰਨੇ ਹੋਰ ਸਾਡੇ ਕੋਲੇ ਐਸੇ ਕਮਾਲ ਦੇ ਨਾਇਕ ਪਏ ਨੇ। ਸਾਨੂੰ ਉਹਨਾਂ ਨਾਇਕਾਂ ਨੂੰ ਯਾਦ ਕਰਨ ਵਾਸਤੇ ਅੱਜ ਦੇ ਦਿਨ ਨੂੰ ਚੇਤੇ ਕਰਨਾ ਚਾਹੀਦਾ ਹੈ। ਦੂਜੇ ਪਾਸੇ ਅਸੀਂ ਇਹ ਨਾ ਭੁੱਲੀਏ ਕਿ ਅੱਜ ਵੀ, ਮੈਂ ਥੋੜ੍ਹੇ ਦਿਨ ਪਹਿਲਾਂ ਸਟੋਰੀ ਕੀਤੀ ਸੀ ਕਿ ਬਾਥਰੂਮ ਤੇ
ਰੋਟੀ ਪਕਾਉਣ ਵਾਲੀ ਥਾਂ ਇੱਕੋ ਥਾਂ ਤੇ ਹੀ ਹੈ ਬੰਦੇ ਦੀ, ਅੱਜ ਵੀ ਉਸ ਸਮਾਜ ਦੇ ਵਿੱਚ ਜੀ ਰਹੇ ਹਾਂ, ਤਾਂ ਸਾਨੂੰ ਰੁਜ਼ਗਾਰ ਚਾਹੀਦਾ ਹੈ, ਸਾਨੂੰ ਆਜ਼ਾਦੀ ਬੇਰੁਜ਼ਗਾਰੀ ਤੋਂ ਚਾਹੀਦੀ ਹੈ। ਜਿਹੜੀ ਕਨਹਈਆ ਕੁਮਾਰ ਰੌਲਾ ਪਾਉਂਦੇ ਨਾ ਆਜ਼ਾਦੀ, ਉਹ ਆਜ਼ਾਦੀ ਚਾਹੀਦੀ ਹੈ। ਜਿਹੜੇ ਕਹਿੰਦੇ ਨਹੀਂ ਹੈਗੀ, ਦੱਸੋ ਕਾਹਦੇ ਤੋਂ ਆਜ਼ਾਦੀ ਚਾਹੀਦੀ ਹੈ ਤੁਹਾਨੂੰ? ਸਾਨੂੰ ਬੇਰੁਜ਼ਗਾਰੀ ਤੋਂ ਆਜ਼ਾਦੀ ਚਾਹੀਦੀ ਹੈ, ਸਾਨੂੰ ਭੁੱਖਮਰੀ ਤੋਂ ਆਜ਼ਾਦੀ ਚਾਹੀਦੀ ਹੈ, ਸਾਡੀ ਯੂਨੀਵਰਸਿਟੀਆਂ ਸਾਡੇ ਕੋਲੋਂ ਨਾ ਖੋਹੀਆਂ ਜਾਣ, ਸਾਨੂੰ ਆਜ਼ਾਦੀ ਚਾਹੀਦੀ, ਅਸੀਂ ਆਪਦੀਆਂ ਯੂਨੀਵਰਸਿਟੀਆਂ ਆਪ ਚਲਾਈਏ, ਸਾਨੂੰ ਕੋਈ ਵਿਚਾਰਧਾਰਾ ਆ ਕੇ ਰਾਜ ਨਾ ਕਰੇ, ਸਾਨੂੰ ਨਾ ਦੱਸੇ ਆ ਕੇ ਕਿ ਕਿਹੜੀ ਵਿਚਾਰਧਾਰਾ, ਸਾਡੇ ਨਿਆਣੇ ਕੱਲ ਨੂੰ ਕੀ ਪੜ੍ਹਨਗੇ, ਸਾਡੀਆਂ ਟੈਕਸਟ ਬੁੱਕਸ ਦੇ ਵਿੱਚ ਕੀ ਪੜ੍ਹਾਇਆ ਜਾਊਗਾ, ਸਾਨੂੰ ਕੋਈ ਹੋਰ ਨਾ ਦੱਸੇ। ਅਸੀਂ ਆਪਦੇ ਨਾਇਕ ਆਪ ਤੈਅ ਕਰਾਂਗੇ, ਅਸੀਂ ਆਪਦੇ ਇਸ ਢਾਂਚੇ ਨੂੰ ਮਜ਼ਬੂਤ ਆਪ ਕਰਾਂਗੇ, ਅਸੀਂ ਆਪਦੇ ਹੱਕਾਂ ਖਾਤਰ ਲੜਾਂਗੇ। ਪਰ ਉਹ ਲੜਾਈ ਮੁਲਕ ਨਾਲ ਨਹੀਂ, ਉਹ ਨਿਜ਼ਾਮ ਨਾਲ ਲੜਾਈ ਹੈ ਸਾਡੀ, ਸਿਸਟਮ ਦੇ ਨਾਲ ਲੜਾਈ ਹੈ ਸਾਡੀ। ਤਾਂ ਮੈਨੂੰ ਲੱਗਦਾ ਕਿ ਇਸ ਕਰਕੇ ਅੱਜ ਸਾਰਾ ਸਾਡਾ ਪਰਿਵਾਰ ਇਸੇ ਗੱਲ ਖਾਤਰ, ਹਰੇਕ ਦਾ ਓਪੀਨੀਅਨ ਹੋ ਸਕਦਾ, ਜ਼ਰੂਰੀ ਨਹੀਂ ਹੈ ਕਿ ਜੇ ਮੈਂ ਅੱਜ ਤੁਹਾਡੇ ਨਾਲ ਖੜਾ, ਮੈਂ ਟੀਮ ਨੂੰ ਲੀਡ ਕਰ ਰਿਹਾ ਤਾਂ ਮੈਂ ਤੁਹਾਡੇ ਵਿਚਾਰਾਂ ਦੇ ਉੱਤੇ ਆਪਦਾ ਪ੍ਰਭਾਵ ਪਾਵਾਂ। ਤੁਹਾਡੀ ਆਜ਼ਾਦੀ ਹੈ, ਇਹ ਸਭ ਤੋਂ ਵੱਡੀ ਗੱਲ ਹੈ। ਹੋ ਸਕਦਾ ਮੇਰੇ ਨਾਲ ਖੜਾ ਅਮਨ ਕਵੇ ਕਿ ਮੈਂ ਸਹਿਮਤ ਨਹੀਂ ਹਾਂ ਤੁਹਾਡੇ ਨਾਲ, ਤਾਂ ਮੈਨੂੰ ਉਹਨੂੰ ਇਹ ਲਿਬਰਟੀ ਦੇਣੀ ਪੈਣੀ ਹੈ। ਇੱਕ ਕੁੜੀ ਕਾਰ ਚਲਾ ਰਹੀ ਸੀ, ਅੱਗੋਂ ਆ ਰਹੀ ਸੀ, ਤਾਂ ਇੱਕਦਮ ਜ਼ਹਿਨ ਦੇ ਵਿੱਚ ਚੀਜ਼ਾਂ ਆਉਂਦੀਆਂ ਕਿ ਬੰਦਾ ਆਪ ਬੜਾ ਧਿਆਨ ਨਾਲ ਹੋ ਜਾਂਦਾ ਹੈ ਵੀ ਉਹ ਨਾ ਠੋਕ ਦੇ। ਕਿਉਂ? ਮਤਲਬ ਤੁਸੀਂ ਇਹ ਸੋਚਿਆ ਵੀ ਜੇ ਕੁੜੀ ਡਰਾਈਵਰ ਹੈ ਤਾਂ ਸ਼ਾਇਦ ਉਹਨੂੰ ਗੱਡੀ ਨਹੀਂ ਚਲਾਉਣੀ ਆਉਂਦੀ। ਇਹ ਆਜ਼ਾਦੀ ਚਾਹੀਦੀ ਇਹਨਾਂ ਚੀਜ਼ਾਂ ਤੋਂ। ਮਤਲਬ ਅਸੀਂ ਵੀ ਇਸ ਮਾਨਸਿਕਤਾ ਦੇ ਗੁਲਾਮ ਆ, ਤਾਂ ਉਸ ਮਾਨਸਿਕਤਾ ਦੀ ਗੁਲਾਮੀ ਦੀ ਆਜ਼ਾਦੀ ਚਾਹੀਦੀ ਹੈ। ਸਾਡੇ ਜਿਹੜੇ ਕਿਸਾਨ ਸੜਕਾਂ ਤੇ ਬੈਠੇ ਹੈ, ਉਹ ਲੜਾਈ ਲੜ ਰਹੇ, ਅੱਜ ਸਾਨੂੰ ਆਜ਼ਾਦੀ ਚਾਹੀਦੀ ਹੈ ਕਿ ਉਹਨਾਂ ਦੇ ਹੱਕ ਉਹਨਾਂ ਨੂੰ ਦਿੱਤੇ ਜਾਣ। ਇਹ ਆਜ਼ਾਦੀ ਚਾਹੀਦੀ ਹੈ। ਜੇ ਉਹ ਆਜ਼ਾਦੀ ਨਹੀਂ ਹੈ ਤਾਂ ਫਿਰ ਅਸੀਂ ਆਜ਼ਾਦ ਨਹੀਂ ਹੈਗੇ। ਫਿਰ ਮੈਂ ਇਹ ਕਹਿ ਰਿਹਾ ਕਿ ਫਿਰ 15 ਅਗਸਤ ਦੇ ਮਾਇਨੇ ਸਾਡੇ ਵਾਸਤੇ ਉਹਨਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਨਮਨ ਕਰਨਾ ਜ਼ਰੂਰ ਹੈ। ਪਰ ਜੇ ਲਾਲ ਕਿਲੇ ਦੇ ਪ੍ਰਾਂਗਣ 'ਚ ਖੜ ਕੇ ਪ੍ਰਧਾਨ ਮੰਤਰੀ ਭਾਸ਼ਣ ਦੇਣ ਤੇ ਉਹ ਕਹਿਣ ਕਿ ਇਸ ਤਰ੍ਹਾਂ ਹੋ ਗਿਆ, ਉਸ ਤਰ੍ਹਾਂ ਹੋ ਗਿਆ, ਸਾਨੂੰ ਇਹ ਆਜ਼ਾਦੀ ਚਾਹੀਦੀ ਹੈ ਕਿ ਅਸੀਂ ਡਿਸਐਗਰੀ ਕਰ ਸਕੀਏ। ਜੇ ਕੋਈ ਪ੍ਰਧਾਨ ਮੰਤਰੀ ਹੈ ਤਾਂ ਇਹ ਨਹੀਂ ਹੈ ਕਿ ਉਹ ਜੋ ਕਰ ਰਿਹਾ ਠੀਕ ਹੀ ਹੈ, ਫਿਰ ਤਾਂ ਅਸੀਂ ਇੰਦਰਾ ਗਾਂਧੀ ਦੇ ਬਲੂ ਸਟਾਰ ਨੂੰ ਵੀ ਜਸਟੀਫਾਈ ਕਰ ਦਿਆਂਗੇ। ਜੇ ਅਸੀਂ ਉਦੋਂ ਵੀ ਕਿਹਾ ਵੀ ਨਹੀਂ ਠੀਕ ਤਾਂ ਨਹੀਂ ਠੀਕ। ਜੇ ਅੱਜ ਕੁਛ ਜੇ ਨਹੀਂ ਠੀਕ ਕਰ ਰਹੇ ਤਾਂ ਕਹਿਣ ਦੀ ਆਜ਼ਾਦੀ ਚਾਹੀਦੀ ਹੈ, ਪੱਤਰਕਾਰੀ ਦੀ ਆਜ਼ਾਦੀ ਚਾਹੀਦੀ ਹੈ ਸਾਨੂੰ। ਏਜੰਸੀਆਂ ਪਾ ਦਿੱਤੀਆਂ ਜਾਂਦੀਆਂ, ਡਰਾਇਆ ਜਾਂਦਾ ਹੈ। ਤੁਸੀਂ ਦੇਖਿਆ ਪਿਛਲੇ 6 ਮਹੀਨਿਆਂ 'ਚ ਕਿਸਾਨ ਅੰਦੋਲਨ ਕਵਰ ਕਰਦੇ ਹਾਂ ਕਿ ਸਾਡੇ ਨਾਲ ਕੈਸੇ ਵਰਤਾਰੇ ਹੋਏ ਹੈ। ਸਾਨੂੰ ਇਸ ਗੱਲ ਦੀ ਆਜ਼ਾਦੀ ਚਾਹੀਦੀ ਹੈ ਕਿ ਅਸੀਂ ਠੋਕ ਕੇ ਸਾਡੀ ਕਲਮ ਦੇ ਨਾਲ ਅਸੀਂ ਲਿਖ ਸਕੀਏ। ਅਸੀਂ ਲਿਖਦੇ ਹਾਂ ਅੱਜ ਵੀ, ਪਰ ਉਹ ਰੋਕਿਆ ਜਾਂਦਾ ਹੈ, ਤਾੜਿਆ ਜਾਂਦਾ ਹੈ, ਡਰਦੀਆਂ ਨੇ ਨਾ ਸਰਕਾਰਾਂ। ਇਸ ਗੱਲ ਤੋਂ ਆਜ਼ਾਦੀ ਚਾਹੀਦੀ ਹੈ। ਸੋ ਮੈਨੂੰ ਲੱਗਦਾ ਹੈ ਕਿ ਤੁਸੀਂ ਸਾਰੀ ਟੀਮ ਸਾਡੀ ਜਿਹੜੀ ਹੈ ਇਹਨਾਂ ਨੂੰ ਇੰਟਰੋਡਿਊਸ ਵੀ ਕਰਾਓ ਰਮਨ, ਔਰ ਮੈਂ ਚਾਹੁੰਦਾ ਕਿ ਆਪੋ ਆਪਣੀ ਆਜ਼ਾਦੀ ਦੇ ਮਾਇਨੇ ਅੱਜ ਇਹ ਜ਼ਰੂਰ ਸਾਂਝੇ ਕਰਨ ਕਿ ਦਰਅਸਲ ਇਹਨਾਂ ਦੇ ਮੁਤਾਬਕ ਆਜ਼ਾਦੀ ਕੀ ਹੈ, ਕੀ ਆਜ਼ਾਦੀ ਵਾਕਈ ਮਿਲੀ ਹੈ। ਤੁਸੀਂ ਆਪਣੇ ਆਪ ਤੋਂ ਸ਼ੁਰੂਆਤ ਕਰਕੇ ਮੈਂ ਚਾਹੁੰਦਾ ਮੈਂ ਪਰਿਵਾਰ ਨਾਲ ਵੀ ਗੱਲ ਕਰੂੰਗੀ ਔਨ ਏਅਰ ਦੇ ਨਾਲ। ਉਸ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਹੋਰ ਪਰਸਨਲ, ਕਿਉਂਕਿ ਬਹੁਤ ਰੇਅਰ ਹੁੰਦਾ ਕਿਸ ਤਰ੍ਹਾਂ ਸਾਰੇ ਜਿਹੜੇ ਆਫ ਕੈਮਰਾ ਵੀ ਕੰਮ ਕਰਦੇ ਉਹਨਾਂ ਨੂੰ ਦੇਖ ਸਕਣ। ਤੁਸੀਂ ਹੁਣੇ ਹੀ ਦੱਸਿਆ ਕਿ 6 ਮਹੀਨਿਆਂ ਦੇ ਵਿੱਚ ਕੀ ਕੁਝ ਹੋਇਆ ਸਾਡੇ ਨਾਲ, ਤੇ ਅਸੀਂ ਵੀ ਕਿਸਾਨੀ ਅੰਦੋਲਨ ਨੂੰ ਕਵਰ ਕੀਤਾ। ਪਰ ਇਸ ਦੌਰਾਨ ਬਹੁਤ ਸਾਰੇ ਲੋਕ ਜਿਹੜੇ ਸਿਰਫ ਤੁਹਾਨੂੰ ਦੇਖਦੇ ਸੀਗੇ, ਪਹਿਲਾਂ ਤੁਹਾਡੀ ਮਤਲਬ ਪੱਤਰਕਾਰੀ ਦੇਖਦੇ ਸੀ, ਉਸ ਤੋਂ ਬਾਅਦ ਨਾਲ ਆ ਕੇ ਜੁੜਦੇ, ਔਰ ਬਹੁਤ ਸਾਰੇ ਸਾਡੇ ਵਰਗੇ ਆਏ ਕਿ ਸਿਮਰਨਜੋਤ ਜੀ ਚੈਨਲ ਜਿਹੜਾ ਰਨ ਕਰ ਰਹੇ ਤੇ ਅਸੀਂ ਜਾਣਾ। ਇਹ ਪਰਿਵਾਰ ਪਤਾ ਨਹੀਂ ਕਿੱਥੋਂ ਕਿੱਥੋਂ ਕੌਣ ਆ ਕੇ ਜੁੜ ਗਿਆ। ਇਹ ਐਕਸਪੀਰੀਅੰਸ ਕਿਵੇਂ ਆ? ਕਿਉਂਕਿ ਹੁਣ ਸਾਰਾ ਦਿਨ ਤੁਸੀਂ ਡਾਂਟਦੇ ਵੀ ਆ, ਹੱਸਦੇ ਵੀ ਆ, ਗੁੱਸੇ ਵੀ ਹੁੰਨੇ ਆ, ਸੋ ਉਹ ਸਾਰਿਆਂ ਲਈ ਕੀ ਕਹਿਣਾ ਚਾਹੋਗੇ? ਨਹੀਂ, ਦੇਖੋ ਇਹ ਸਮੇਂ ਹੁੰਦੇ ਆ। ਤੁਸੀਂ ਸਾਰਿਆਂ ਨੇ ਸਾਥ ਦਿੱਤਾ ਜਦੋਂ ਔਖਾ ਸਮਾਂ ਰਿਹਾ, ਹੈ ਨਾ। ਅਸੀਂ ਬਹੁਤ ਸਾਰੀਆਂ ਚੀਜ਼ਾਂ ਅੰਦੋਲਨ ਦੇ ਵਿੱਚ ਕਵਰੇਜ ਤੋਂ ਬਾਅਦ ਸਰਕਾਰੀ ਤੌਰ ਤੇ ਮਹਿਸੂਸ ਕੀਤੀਆਂ ਨੇ। ਬੜੇ ਤਰ੍ਹਾਂ ਦੇ ਪ੍ਰੈਸ਼ਰ ਆਏ, ਅਸੀਂ ਉਹਨਾਂ ਨੂੰ ਝੱਲਿਆ। ਬੜੀਆਂ ਮੁਸੀਬਤਾਂ 'ਚ ਤੁਸੀਂ ਹਮੇਸ਼ਾ ਨਾਲ ਖੜੇ ਹੋ, ਇੱਕ ਇੱਕ ਕਰਕੇ ਸਾਰੇ ਜੁੜੇ ਆ। ਦੇਖੋ ਇਹ ਇੱਕ ਸਫ਼ਰ ਹੁੰਦਾ, ਸਵਾਰੀਆਂ ਚੜ੍ਹਦੀਆਂ ਤੇ ਲੈਂਦੀਆਂ ਰਹਿੰਦੀਆਂ। ਇਹ ਗੱਡੀ ਐਸੀ ਹੈ, ਤੇ ਮੈਨੂੰ ਲੱਗਦਾ ਕਿ ਖੁਸ਼ੀ ਦੀ ਗੱਲ ਹੈ ਕਿ ਇਹ ਹੋਰ ਇੰਪਰੂਵ ਕਰਕੇ ਅੱਗੇ ਵਧਣ। ਔਰ ਅਕਸਰ ਇਹ ਹੁੰਦਾ ਹੈ ਕਿ ਜਿਹੜੇ ਪਰਦੇ ਦੇ ਪਿੱਛੇ ਉਹਨਾਂ ਨੂੰ ਦਿਖਾਇਆ ਨਹੀਂ ਜਾਂਦਾ। ਮੇਰੀ ਕੋਸ਼ਿਸ਼ ਹਮੇਸ਼ਾ ਹੀ ਰਹਿੰਦੀ ਹੈ ਕਿ ਜਿਹੜੇ ਕੈਮਰੇ ਦੇ ਪਿੱਛੇ, ਪਰਦੇ ਦੇ ਪਿੱਛੇ ਹੈ, ਉਹਨਾਂ ਨਾਲ ਜ਼ਰੂਰ ਤਾਰੁਫ ਹੋਣਾ ਚਾਹੀਦਾ ਹੈ, ਉਹ ਸਾਰਿਆਂ ਦੇ ਸਾਹਮਣੇ ਜ਼ਰੂਰ ਆਉਣੇ ਚਾਹੀਦੇ ਹੈ। ਐਟਲੀਸਟ ਜਿੰਨੀ ਮਿਹਨਤ ਲੱਗਦੀ ਹੈ ਸਾਰਾ ਦਿਨ, ਜਾਂ ਅਸੀਂ ਸਿਰਫ ਅੱਗੇ ਆ ਕੇ ਵਾਹਵਾ ਖੱਟਣ ਜੋਗੇ ਹੁੰਨੇ ਆ, ਜਾਂ ਆਲੋਚਨਾ ਵੀ ਚੱਲਦੇ ਆ, ਇਹ ਨਹੀਂ ਗੱਲ। ਪਰ ਇਹਨਾਂ ਦੀ ਮਿਹਨਤ, ਇਹਨਾਂ ਦੇ ਪਰਿਵਾਰ, ਇਹਨਾਂ ਦੇ ਜੀ, ਸ਼ਾਇਦ ਅੱਜ ਕੁਲਦੀਪ ਇਹ ਨੌਜਵਾਨ ਹੈ, ਇਹ ਯੂਨੀਵਰਸਿਟੀ ਗੁਰਬਾਣੀ ਦੀ ਸਿੱਖਿਆ ਲੈਂਦਾ,
ਤੇ ਫਿਰ ਇਹ ਸਾਡੇ ਕੋਲੇ ਆਇਆ ਕਿ ਮੈਂ ਜੌਬ ਕਰਨ 'ਚ ਇੰਟਰਸਟਿਡ ਆ, ਹੈ ਨਾ। ਔਰ ਇਹਦੀ ਕਾਬਲੀਅਤ ਦੇਖ ਕੇ, ਕਿਉਂਕਿ ਇਹਦਾ ਬੈਕਗਰਾਉਂਡ ਨਹੀਂ ਸੀਗਾ, ਕਿ ਸਾਨੂੰ ਲੱਗਿਆ ਕਿ ਮੁੰਡਾ ਬਹੁਤ ਸਿਆਣਾ। ਤੇ ਅੱਜ ਜਦੋਂ ਇਹਦਾ ਪਰਿਵਾਰ ਪਹਿਲੀ ਵਾਰੀ ਮੰਨ ਲਓ ਇਹ ਦੇਖੂਗਾ, ਮੇਰੇ ਨਾਲ ਇਹ ਹੋਇਆ ਜਦੋਂ ਪਹਿਲੀ ਵਾਰੀ ਮੇਰਾ ਵੌਇਸ ਓਵਰ ਚੱਲਿਆ ਤਾਂ ਮੇਰੇ ਪਰਿਵਾਰ ਨੇ 4 ਘਰਾਂ 'ਚ ਜਾ ਕੇ ਦੱਸਿਆ ਸੀ ਵੀ ਆਪਣੇ ਮੁੰਡੇ ਦੀ ਆਵਾਜ਼ ਆਈ ਜਾਂਦੀ ਹੈ ਟੀਵੀ ਤੇ। ਕੱਲੀ ਆਵਾਜ਼ ਆਉਣੀ ਕਿੱਡੀ ਵੱਡੀ ਗੱਲ ਸੀ, ਹੈ ਨਾ। ਤੇ ਮੈਨੂੰ ਲੱਗਦਾ ਕਿ ਇਹਨਾਂ ਨੂੰ ਓਪਰਚੁਨਿਟੀਜ਼ ਮਿਲਣੀਆਂ ਚਾਹੀਦੀਆਂ ਹੈ। ਹੋ ਸਕਦਾ ਨੁਕਸਾਨ ਵੀ ਹੋ ਜਾਂਦਾ, ਹੋਰ ਚੈਨਲਾਂ ਵਾਲੇ ਦੇਖਦੇ ਹੋ ਸਵੇਰੇ ਫੋਨ ਕਰ ਲੈਣ ਵੀ ਕੁਲਦੀਪ ਵੱਧ ਤਨਖਾਹ ਤੇ ਆ ਜਾ ਤੂੰ ਪਰ ਮੈਨੂੰ ਕੋਈ ਦੁੱਖ ਨਹੀਂ ਉਸ ਗੱਲ ਦਾ। ਜਿਹੜਾ ਮੇਰੇ ਨਾਲ 1 ਦਿਨ 2 ਦਿਨ ਵੀ ਕੰਮ ਕਰ ਗਿਆ, ਦਿਲੋਂ ਕਰ ਗਿਆ, ਜਿਹਦੇ ਨਾਲ ਮੈਂ ਕੰਮ ਕਰ ਲਿਆ, ਤਾਂ ਇਹ ਤੁਹਾਨੂੰ ਦੱਸਿਆ ਕਿ ਇਹ ਸਵਾਰੀਆਂ ਲੈਂਦੀਆਂ ਚੜ੍ਹਦੀਆਂ ਰਹਿਣੀਆਂ ਨੇ। ਪਰ ਜਿੰਨੀ ਦੇਰ ਆਪਾਂ ਸਫ਼ਰ ਕਰਦੇ ਹਾਂ, ਜਿੰਨੀ ਦੇਰ ਇਕੱਠੇ ਆ, ਉਹ ਮੂੰਗਫਲੀਆਂ ਦੀ ਸਾਂਝ ਪੈਂਦੀ ਰਵੇ, ਉਹ ਇੱਕ ਦੂਜੇ ਦੇ ਨਾਲ ਰੋਟੀ ਦੀ ਸਾਂਝ ਪੈਂਦੀ ਰਵੇ, ਪਿਆਰ ਮੁਹੱਬਤ ਬਣਿਆ ਰਵੇ। ਔਰ ਬਾਕੀ ਆਜ਼ਾਦੀ ਬਾਰੇ ਥੋੜਾ ਸਾਰਿਆਂ ਨੂੰ ਤੁਸੀਂ ਜ਼ਰੂਰ ਗੱਲ ਕਰੋ। ਕਰਦੀ ਹਾਂ ਪਹਿਲਾਂ ਤਾਂ ਕੁਲਦੀਪ ਜੀ ਦੇ ਨਾਲ ਹੀ ਗੱਲ ਕਰਦੀ ਹਾਂ ਕਿ ਗੁਰਬਾਣੀ ਔਨ 에ਅਰ ਨੂੰ ਇਹ ਦੇਖਦੇ ਨੇ ਔਰ ਜੋ ਵੀ ਧਾਰਮਿਕਤਾ ਦੇ ਨਾਲ ਰਿਲੇਟਡ ਚੀਜ਼ਾਂ ਹੁੰਦੀਆਂ ਉਹ ਇਹ ਪਾਉਂਦੇ ਨੇ। ਤੁਸੀਂ ਆਪਣੇ ਬਾਰੇ ਥੋੜਾ ਜਿਹਾ ਦੱਸ ਦਿਓ ਤੇ ਆਜ਼ਾਦੀ ਦੇ ਮਾਇਨੇ ਤੁਹਾਡੀ ਜ਼ਿੰਦਗੀ 'ਚ ਕੀ ਆ ਉਹ ਵੀ ਦੱਸ ਦਿਓ। ਮੈਂ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਦਾ। ਆਜ਼ਾਦੀ ਦੇ ਮਾਇਨੇ ਜਿਸ ਤਰ੍ਹਾਂ ਸਾਰੀਆਂ ਜਿੱਦਾਂ ਕੋਈ ਲੜਕੀਆਂ ਨੇ ਲੜਕੇ ਨੇ, ਉਹਨਾਂ ਨੂੰ ਪੜ੍ਹਨ ਦੀ ਆਜ਼ਾਦੀ ਮਿਲਣੀ ਚਾਹੀਦੀ ਆ, ਉਹਨਾਂ ਨੂੰ ਜੋ ਮਾਨਸਿਕਤਾ ਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ। ਕਿਉਂਕਿ ਜਦੋਂ ਸਾਡਾ ਦਿਮਾਗ ਗੁਲਾਮ ਕਰ ਲਿਆ ਨਾ, ਫਿਰ ਉਹਨੂੰ ਆਜ਼ਾਦੀ ਨਹੀਂ ਕਿਹਾ ਜਾਂਦਾ। ਆਜ਼ਾਦੀ ਸਾਨੂੰ ਸੋਚਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਸਾਨੂੰ ਬੋਲਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਕਿ ਆਜ਼ਾਦ ਉਦੋਂ ਹੋਏਗਾ ਜਦੋਂ ਸਾਡੇ ਮੰਤਰੀਆਂ ਤੋਂ, ਸਾਡੇ ਮਾੜੇ ਮੰਤਰੀਆਂ ਤੋਂ ਖਹਿੜਾ ਸੁੱਟੇਗਾ। ਕਿਉਂਕਿ ਜਦੋਂ ਸਾਡਾ ਜਿਹੜਾ ਨੌਜਵਾਨ ਪੀੜ੍ਹੀ ਹੈ, ਸਾਡਾ ਸੱਭਿਆਚਾਰ ਆ, ਤੇ ਉਹਨੂੰ ਖੋਇਆ ਜਾ ਰਿਹਾ, ਉਹਨੂੰ ਗੁਲਾਮ ਬਣਾਇਆ ਜਾ ਰਿਹਾ, ਉਹਨੂੰ ਬਾਗੀ ਬਣਾਇਆ ਜਾ ਰਿਹਾ ਹੈਗਾ। ਜਦੋਂ ਤੱਕ ਸਾਨੂੰ ਇਹਨਾਂ ਚੀਜ਼ਾਂ ਦੀ ਆਜ਼ਾਦੀ ਨਹੀਂ ਮਿਲਦੀ, ਸ਼ਾਇਦ ਨਹੀਂ ਸੋਚਾਂਗੇ ਵੀ ਆਜ਼ਾਦੀ ਹੈਗੀ। ਕਿਉਂਕਿ ਸਾਨੂੰ ਇਹਨਾਂ ਚੀਜ਼ਾਂ ਤੋਂ ਆਜ਼ਾਦੀ ਮਿਲਣੀ ਚਾਹੀਦੀ ਹੈਗੀ। ਜੇ ਅਸੀਂ ਸਾਡੀ ਮਾਨਸਿਕਤਾ ਸਹੀ ਹੋਏਗੀ, ਸਾਨੂੰ ਸੱਭਿਆਚਾਰ ਦੀ ਸਾਨੂੰ ਆਜ਼ਾਦੀ ਹੋਏਗੀ, ਸਾਨੂੰ ਪੜ੍ਹਨ ਲਿਖਣ ਦੀ ਆਜ਼ਾਦੀ ਹੋਏਗੀ, ਸਾਡੇ ਕਾਲਜ ਯੂਨੀਵਰਸਿਟੀਆਂ ਸਾਡੀਆਂ ਵਿਦਿਅਕ ਅਦਾਰੇ ਸਾਡੇ ਅੰਡਰ ਹੋ ਜਾਣਗੇ, ਫਿਰ ਸਾਨੂੰ ਉਹ ਆਜ਼ਾਦੀ ਸਮਝਾਂਗੇ। ਸ਼ਿਵਮ, ਹਾਂ ਬੋਲਣ ਤੋਂ ਬਹੁਤ ਡਰ ਲੱਗ ਰਿਹਾ। ਸ਼ਿਵਮ ਜੀ ਤੇ ਅਮਿਤ ਜੀ ਇਹ ਦੋਨੋਂ ਸਾਡੇ ਕੈਮਰਾਮੈਨ ਹੈਗੇ ਆ। ਇਹ ਜਿੰਨਾ ਸੋਹਣੇ ਤਰੀਕੇ ਨਾਲ ਵਿਊ ਜਿਹੜੇ ਦਿੰਦੇ ਹੈਗੇ। ਇਹ ਜੰਮੂ ਤੋਂ ਆਇਆ, ਤੁਸੀਂ ਦੇਖੋ ਖੂਬਸੂਰਤੀ ਦੇਖੋ। ਅਸੀਂ ਇੱਥੇ ਪਟਿਆਲੇ ਬੈਠੇ ਆ ਤੇ ਇਹ ਜੰਮੂ ਤੋਂ ਆਇਆ। ਤਾਂ ਜਿਵੇਂ ਉਹ ਕਹਿੰਦੇ ਕਿ ਪ੍ਰਮਾਤਮਾ ਨੇ ਚੋਗਾ ਖਿਲਾਰਤਾ ਆਪਣਾ ਪੂਰੀ ਦੁਨੀਆ 'ਚ। ਤੁਸੀਂ ਕੈਨੇਡਾ ਜਾ ਕੇ ਆਨੇ ਹੁੰਨੇ ਹੋ ਤੇ ਉਹ ਚੋਗਾ ਤੁਹਾਡਾ ਖਿਲਾਰਿਆ ਪਿਆ ਉੱਥੇ। ਜਿੱਦਣ ਉਹ ਚੁਗਣਾ ਉਸ ਦਿਨ ਤੁਸੀਂ ਫਲਾਈਟ ਫੜ ਲਓਗੇ, ਉਵੇਂ ਇਹ ਇੱਥੇ ਆ ਗਿਆ ਆਪਣੇ ਕੋਲੇ। ਬਿਲਕੁਲ ਜੀ। ਕੀ ਲੱਗਦਾ ਕਿ ਸਤਿ ਸ਼੍ਰੀ ਅਕਾਲ, ਆਜ਼ਾਦੀ ਦਾ ਮਤਲਬ ਤੁਹਾਡੇ ਲਈ ਕੀ ਹੈ? ਆਜ਼ਾਦੀ ਦਾ ਮਤਲਬ ਮੇਰੇ ਲਈ ਇਹੀ ਹੈ ਮੈਮ ਕਿ ਜਿਵੇਂ ਹੁਣ ਆਪਾਂ ਦਿੱਲੀ 'ਚ ਕਿਸਾਨ ਆਪਣੇ ਬੈਠੇ ਨੇ, ਉਹਨਾਂ ਨੂੰ ਉਹਨਾਂ ਦੇ ਬਿੱਲ ਪਾਸ ਹੋਣੇ ਚਾਹੀਦੇ ਆ। ਜਿਵੇਂ ਸਾਰਾ ਇੰਡੀਆ ਸੈਲੀਬ੍ਰੇਟ ਕਰ ਰਿਹਾ ਜੀ ਆਪਣਾ 75 ਜਿਹੜਾ ਆਪਣਾ, ਉਹ ਚਾਹੁੰਦੇ ਆ ਉਹ ਮੰਗਾਂ ਵਾਲੇ ਬਿੱਲ ਪਾਸ ਹੋਣੇ ਚਾਹੀਦੇ ਆ। ਹੁਣ ਜਿਹੜੇ ਹੈਗੇ ਆ ਉਹ ਚਾਹੁੰਦੇ ਆ ਕਿ ਉਹ ਰੱਦ ਹੋ ਜਾਣ। ਹਾਂਜੀ ਉਹ ਰੱਦ ਹੋਣਗੇ। ਆਪਣੀ ਲਈ ਆਜ਼ਾਦੀ ਹੈ ਜੀ। ਉਹ ਖੁਸ਼ ਨੇ, ਅਸੀਂ ਵੀ ਖੁਸ਼ ਹਾਂ ਜੀ। ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ। ਅਮਿਤ ਜੀ ਤੁਹਾਡੇ ਲਈ ਆਜ਼ਾਦੀ ਦਾ ਕੀ ਮਤਲਬ ਹੈ? ਸਤਿ ਸ਼੍ਰੀ ਅਕਾਲ ਮੈਡਮ ਜੀ, ਮੇਰਾ ਨਾਮ ਅਮਿਤ ਕੁਮਾਰ ਹੈ ਤੇ ਮੈਂ ਚਾਹੁੰਦਾ ਕਿ ਜਿਹੜੀ 15 ਅਗਸਤ ਜਿਹੜੀ ਮਨਾਈ ਜਾਂਦੀ ਹੈ ਨਾ, ਪਹਿਲਾਂ ਤਾਂ ਸਾਰਿਆਂ ਨੂੰ ਮੁਬਾਰਕਬਾਦ। ਤੇ 75 ਸਾਲਾਂ ਬਾਅਦ ਵੀ ਮੈਨੂੰ ਲੱਗਦਾ ਕਿ ਦੇਸ਼ ਨਾ ਆਜ਼ਾਦ ਹੈ ਨਹੀਂ। ਅੱਛਾ ਜੀ। ਕਿਉਂਕਿ ਦੇਖੋ ਪਹਿਲਾਂ ਤਾਂ ਨੋਟਬੰਦੀ ਹੋ ਗਈ, ਉਸ ਤੋਂ ਬਾਅਦ ਫਿਰ ਲੋਕਡਾਊਨ ਹੋ ਗਿਆ ਤੇ ਕਾਫੀ ਬੰਦੇ ਯਾਨੀ ਕਿ ਬੇਰੋਜ਼ਗਾਰੀ ਹੋ ਗਏ ਸੀਗੇ। ਤੇ ਮੈਂ ਪਹਿਲਾਂ ਵੈਡਿੰਗ ਲਾਈਨ 'ਚ ਸੀਗਾ ਤੇ ਉਹਦੇ ਵਿੱਚ ਬਹੁਤ ਵਧੀਆ ਚੱਲਦਾ ਸੀਗਾ। 2 ਸਾਲ ਤੋਂ ਮੈਨੂੰ ਵੀ ਕਾਫੀ ਪ੍ਰੋਬਲਮ ਆਈ ਹੈ ਤੇ ਮੈਂ ਹੁਣ ਇਸ ਲਾਈਨ ਦੇ ਵਿੱਚ ਆ ਕੇ ਮੈਨੂੰ ਵਧੀਆ ਲੱਗ ਰਿਹਾ ਹੈ। ਥੈਂਕ ਯੂ ਮੈਮ। ਸ਼ੁਕਰੀਆ। ਕੀ ਲੱਗਦਾ ਆਜ਼ਾਦੀ ਦਾ ਕੀ ਮਤਲਬ ਹੈ? ਮੇਰੇ ਲਈ ਤਾਂ ਜੀ ਐਂ ਲੱਗਦਾ ਆਪਣਾ ਦੇਸ਼ ਹਾਲੇ ਵੀ ਗੁਲਾਮ ਹੀ ਆ, ਮਤਲਬ ਆਜ਼ਾਦ ਨਹੀਂ ਹੋਇਆ ਚੰਗੀ ਤਰ੍ਹਾਂ। ਜਿੱਦਾਂ ਸਰ ਨੇ ਕਿਹਾ, ਇਹ ਦਿਵਸ ਸਿਰਫ ਅਸੀਂ ਭਗਤ ਸਿੰਘ ਉਹਨਾਂ ਨੂੰ ਯਾਦ ਕਰਦੇ, ਕਰਤਾਰ ਦੀ ਸਰਾਭਾ ਨੂੰ ਯਾਦ ਕਰਦੇ ਮਨਾ ਰਹੇ ਆ ਵੀ ਉਹ ਰਿਸਪੈਕਟ ਉਹਨਾਂ ਨੂੰ ਦਿੱਤੀ ਨਹੀਂ ਗਈ ਜੋ ਉਹਨਾਂ ਨੂੰ ਮਿਲਣੀ ਚਾਹੀਦੀ ਸੀ। ਜਿੱਦਾਂ ਪਿੱਛੇ ਜੇ ਮੁੱਦਾ ਉੱਠਿਆ ਸੀ, ਉਹਨਾਂ ਦੇ ਨਾਮ ਦੇ ਅੱਗੋਂ ਸ਼ਹੀਦ ਵੀ ਹਰਾ ਦਿੱਤਾ ਗਿਆ ਸੀਗਾ ਜਲਿਆਂਵਾਲੇ ਬਾਗ 'ਚ। ਵੀ ਜਿਹੜੀ ਸਰਕਾਰਾਂ ਨੇ ਹਮੇਸ਼ਾ ਐਸ਼ ਕੀਤੀ ਹੈ, ਰਾਜ ਕਰਿਆ, ਹਾਲੇ ਤੱਕ ਰਾਜ ਕਰਦੇ ਆ ਰਹੇ ਨੇ। ਉਹਨਾਂ ਦੀਆਂ ਨੋਟਾਂ 'ਤੇ ਫੋਟੋਆਂ ਲੱਗ ਗਈਆਂ, ਜਿਨ੍ਹਾਂ ਨੇ ਸੰਘਰਸ਼ ਕੀਤਾ, ਅੱਗੇ ਹੋ ਕੇ ਸ਼ਹੀਦੀਆਂ ਕੀਤੀਆਂ ਨੇ, ਉਹਨਾਂ ਦੀ ਹਜੇ ਕੋਈ ਇੰਨੀ ਰਿਸਪੈਕਟ ਨਹੀਂ ਹੈਗੀ। ਮੈਂ ਚਾਹੁੰਦਾ ਵੀ ਵੀ ਮੈਂ ਚਾਹੁੰਦਾ ਵੀ ਉਹਨਾਂ ਨੂੰ ਹੋਰ ਰਿਸਪੈਕਟ ਦਿੱਤੀ ਜਾਵੇ। ਫੋਟੋਆਂ ਸਾਡੀਆਂ ਭਗਤ ਸਿੰਘ ਦੀ ਹੋਣੀ ਚਾਹੀਦੀਆਂ ਨੋਟਾਂ 'ਤੇ। ਵਿਆਹ ਹੋਇਆ ਤੁਹਾਡਾ? ਨਾ ਜੀ, ਕੁਆਰਾ ਹੀ ਹੈ ਜੀ। ਮੈਨੂੰ ਇਹ ਲੱਗਦਾ ਹੁੰਦਾ ਕਿ ਜੋ ਇੱਥੇ ਸੁਣਨ ਨੂੰ ਕੱਲ ਮਿਲਿਆ ਕਿ ਵਿਆਹਿਆ ਹੋਇਆ ਨੂੰ ਲੱਗਦਾ ਕਿ ਕੁਆਰੇ ਤਾਂ ਆਜ਼ਾਦ ਆ। ਲੱਗਦਾ ਹਾਂਜੀ, ਆਜ਼ਾਦੀ ਤਾਂ ਹੁੰਦੀ ਹੈ। ਵਿਆਹ ਬੰਦਾ ਥੋੜਾ ਜੀ ਘਰੋਂ ਜਲਦੀ ਫੋਨ ਆਣਾ ਵੀ ਘਰੇ ਆ ਜਾਓ, ਜਲਦੀ ਆ ਜਾਓ, ਰੋਟੀ ਬਣ ਗਈ ਯਾਰ, ਸਾਰਾ ਕੁਛ ਨਾ, ਤਾਂ ਕਰਕੇ ਹਾਂ ਅੱਜ ਦਾ ਵਿਆਹ ਬੰਦੇ। ਮਨਵਰਿੰਦਰ ਜੀ, ਤੁਹਾਡਾ ਵਿਆਹ ਹੋਇਆ, ਤੁਸੀਂ ਆਜ਼ਾਦ ਆ? ਅਣਵਿਆਹ ਵਰਗਾ ਹੀ ਆ ਜੀ ਮੈਂ। ਤੇ ਕੀ ਲੱਗਦਾ ਆਜ਼ਾਦੀ ਦੇ ਅਸਲੀ ਚ ਕੀ ਮਾਇਨੇ? ਸਭ ਤੋਂ ਪਹਿਲਾਂ ਥੈਂਕ ਯੂ ਮੈਡਮ ਤੁਹਾਡਾ
ਤੁਹਾਡਾ ਸਰ। ਅਸੀਂ ਜ਼ਿਆਦਾਤਰ ਸਾਡਾ ਕੰਮ ਸੁਣਨ ਦਾ ਹੁੰਦਾ, ਬੋਲਣ ਦਾ ਨਹੀਂ ਹੁੰਦਾ, ਤੇ ਸਾਨੂੰ ਅੱਜ ਬੋਲਣ ਦੀ ਆਜ਼ਾਦੀ ਮਿਲ ਰਹੀ ਹੈ। ਤੇ ਦੂਸਰਾ ਇੱਕ ਜੋ ਤੁਸੀਂ ਪੁੱਛਿਆ ਵੀ ਆਜ਼ਾਦੀ ਦਾ ਮਤਲਬ, ਸ਼ੁਰੂ ਸਰਦਾਰ ਭਗਤ ਸਿੰਘ ਤੋਂ ਹੁੰਦੀ ਹੈ ਆਜ਼ਾਦੀ, ਪਰ ਤੁਸੀਂ ਇੱਕ ਗੱਲ ਦੇਖਣ ਵਾਲੀ ਆ ਵੀ, ਥੈਂਕ ਯੂ ਸਰ, ਉਹਨਾਂ ਨੇ ਆਜ਼ਾਦੀ ਦਾ ਸੂਰਜ ਨਹੀਂ ਚੜ੍ਹਦਾ ਦੇਖਿਆ, ਪਰ ਉਹਨਾਂ ਨੇ ਇਹ ਵੀ ਨਹੀਂ ਸ਼ਾਇਦ ਸੋਚਿਆ ਹੋਣਾ ਵੀ ਆਜ਼ਾਦੀ ਤੋਂ ਬਾਅਦ ਸਾਡਾ ਇਹ ਹਾਲ ਹੋਏਗਾ। ਅੱਜ ਜੋ ਸਮਾਂ, ਅੱਜ ਉਸ ਟਾਈਮ ਦੀ ਲੜਾਈ ਭਗਤ ਸਿੰਘ ਨੇ ਜੋ ਸ਼ੁਰੂ ਕੀਤੀ ਸੀ ਉਹ ਹਥਿਆਰਾਂ ਨਾਲ ਸ਼ੁਰੂ ਹੋਈ ਸੀ, ਪਰ ਅੱਜ ਦੀ ਲੜਾਈ ਜਿਹੜੀ ਇਹ ਵਿਚਾਰਾਂ ਨਾਲ ਚੱਲਣ ਵਾਲੀ ਹੈ ਜੀ। ਇਹ ਵਿਚਾਰਾਂ ਨਾਲ ਸਾਨੂੰ ਲੜਨਾ ਪਏਗਾ। ਅੱਜ ਸਾਨੂੰ ਆਜ਼ਾਦੀ ਚਾਹੀਦੀ ਆ ਨਸ਼ਿਆਂ ਤੋਂ, ਬੇਰੁਜ਼ਗਾਰੀ ਤੋਂ, ਤੇ ਹੋਰ ਵੀ ਬਹੁਤ ਮੁੱਦੇ ਨੇ ਜਿਨ੍ਹਾਂ ਤੋਂ, ਜੋ ਭ੍ਰਿਸ਼ਟਾਚਾਰ ਹੋ ਰਿਹਾ, ਉਹਨਾਂ ਚੀਜ਼ਾਂ ਸਾਨੂੰ ਆਜ਼ਾਦੀ ਚਾਹੀਦੀ ਆ। ਹੁਣ ਸਾਨੂੰ ਵਿਚਾਰਾਂ ਨਾਲ, ਅੱਜ ਦੇ ਟਾਈਮ 'ਚ ਜੇ ਲੜਨਾ, ਸਾਨੂੰ ਵਿਚਾਰਾਂ ਨਾਲ ਲੜਨਾ ਪਏਗਾ। ਵਿਚਾਰਾਂ ਦੇ ਨਾਲ ਹਰ ਚੀਜ਼ ਦਾ ਸਾਹਮਣਾ ਕਰਨਾ ਪਏਗਾ। ਸੋ ਥੈਂਕ ਯੂ। ਕਹਿਣ ਦਾ ਭਾਵ ਹੈ ਜਿਨ੍ਹਾਂ ਦੀ ਵਿਚਾਰਧਾਰਾ ਨੇ, ਹੁਣ ਜਿਵੇਂ ਤੁਸੀਂ ਸਪੋਜ਼ ਅੱਜ ਆਪਣਾ ਇੰਡੀਪੈਂਡੈਂਸ ਡੇ ਆ, ਤਾਂ ਇੱਕ ਵਿਚਾਰਧਾਰਾ ਹਰ ਇੱਕ ਦੀ, ਉਸ ਨੂੰ ਇੱਕ ਕ੍ਰੀਏਟਿਵ ਦੇ ਰੂਪ ਵਿੱਚ ਧਾਰਨਾ ਤੇ ਉਹ ਅੱਗੇ ਲੋਕਾਂ ਨੂੰ ਪੇਸ਼ ਕਰਨਾ, ਉਹ ਮੇਰਾ ਕੰਮ ਆ। ਆਜ਼ਾਦੀ ਦਾ ਇਦਾਂ ਜੀ, ਅੱਜ ਸਾਰੇ ਕਿਤੇ, ਸਾਰੇ ਸਟੇਜਾਂ ਦੇ ਉੱਤੇ, ਮੋਹਾਲੀ, ਚੰਡੀਗੜ੍ਹ, ਸਾਰੇ ਕਿਤੇ ਝੰਡੇ ਲਹਿਰਾਏ ਗਏ। ਪਰ ਸਭ ਤੋਂ ਪਹਿਲਾਂ ਤਸਵੀਰ ਆਉਂਦੀ ਹੈ ਭਵਾਨੀਗੜ੍ਹ ਤੋਂ, ਜਿੱਥੇ ਪੁਲਿਸ ਨੇ ਟੀਚਰਾਂ ਨੂੰ ਪਹਿਲਾਂ ਗੱਡੀ 'ਚ ਸੁੱਟਿਆ ਚੁੱਕ ਕੇ। ਠੀਕ ਹੈ ਜੀ, ਇਹ ਆਪਾਂ ਆਜ਼ਾਦ ਨਹੀਂ ਆ, ਗੁਲਾਮ ਆ। ਇਸ ਬਾਰੇ ਸਭ ਨੂੰ, ਸਰਕਾਰਾਂ ਨੂੰ ਸੋਚਣਾ ਪਊਗਾ। ਕਿਸਾਨੀ ਮੁੱਦੇ ਨੇ ਜਿਹੜਾ ਅਸੀਂ ਔਨ ਏਅਰ ਅਦਾਰਾ ਔਨ ਏਅਰ ਟੀਚਰਾਂ ਦੇ ਹੱਕ 'ਚ ਵੀ ਸਰਕਾਰ ਨੂੰ ਸ਼ੇਮ ਕਰਾਂਗੇ ਅਸੀਂ। ਸ਼ੇਮ 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 ਕਿ ਟੀਚਰਾਂ ਤੇ ਉੱਤੇ ਲਾਠੀਆਂ ਪੈਂਦੀਆਂ ਤਾਂ ਆਜ਼ਾਦੀ ਆ ਦਿਹਾੜੇ ਵਾਲੇ ਦਿਨ, ਜਿਵੇਂ ਅਤਰ ਨੇ ਦੱਸਿਆ। ਹਾਂਜੀ। ਤੇ ਅਗਲੀ ਗੱਲ, ਜਿਹੜਾ ਟੋਕੀਓ ਦੇ ਵਿੱਚ ਜਿੰਨੇ ਵੀ 올림픽 ਜਿੱਤ ਕੇ ਆਏ ਨੇ, ਇਹ ਉਹ ਲੋਕ ਨੇ ਜਿਹੜੇ ਦੇਸ਼ ਨੂੰ ਅੱਗੇ ਲੈ ਕੇ ਜਾ ਰਹੇ ਨੇ। ਤੇ ਪੂਰੀਆਂ ਸਹੂਲਤਾਂ ਪ੍ਰੋਵਾਈਡ, ਹਾਂਜੀ, ਬਿਨਾਂ ਇਹਨਾਂ ਨੂੰ ਆਪਣੀ ਜਿਹੜੇ ਜਿੱਤ ਭਾਵੇਂ ਗਏ, ਭਾਵੇਂ ਜਿੱਤ ਗਏ, ਇਹਨਾਂ ਦੀ ਜਿਹੜੀ ਮਿਹਨਤ ਕੀਤੀ ਹੋਈ ਆ ਉਹਦਾ ਕਿਸੇ ਨੂੰ ਨਹੀਂ ਪਤਾ, ਬਿਲਕੁਲ ਨਹੀਂ ਪਤਾ। ਸਿਰਫ ਜਿੱਤ ਦਿਖ ਰਹੀ ਆ ਅੱਜ ਇਹਨਾਂ ਦੀ। ਪਰ ਸਾਨੂੰ ਇਹਨਾਂ ਦਾ ਵੀ ਹੈਲਪ ਕਰਨੀ ਚਾਹੀਦੀ ਆ। ਤੇ ਸਪੋਰਟਸ ਦੇ ਵਿੱਚ ਜਿੰਨੇ ਵੀ ਨੌਜਵਾਨ ਜਿਹੜੇ ਹੁਣ ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਖੇਡਦੇ ਨੇ, ਵੱਧ ਤੋਂ ਵੱਧ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਆ। ਜਿਹੜੇ ਘਰੋਂ ਬਹੁਤ ਔਖੇ ਨੇ ਤੇ ਫੀਸਾਂ ਨਹੀਂ ਭਰ ਸਕਦੇ, ਜਿਹੜੇ ਉਹਨਾਂ ਬੇਰੁਜ਼ਗਾਰੀ, ਇਹ ਬੇਰੁਜ਼ਗਾਰੀ ਆ ਜਿਹੜੀ ਪਿੱਛੇ ਲੈ ਕੇ ਜਾ ਰਹੀ ਆ। ਮੈਮ, ਆਜ਼ਾਦੀ ਦਾ ਮਤਲਬ ਮੇਰੇ ਲਈ ਇਹੀ ਹੈ ਵੀ ਜਿਹੜਾ ਪੂਰਾ ਬੱਚਾ ਹੈ, ਨੌਜਵਾਨ ਹੈ ਆਪਣੇ ਭਾਰਤ ਦਾ, ਉਹ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਤੇ ਆਪਣੀ ਵਿਚਾਰਧਾਰਾ ਰੱਖਣ ਵਾਲਾ ਹੋਣਾ ਚਾਹੀਦਾ। ਉਹਨੂੰ ਪਤਾ ਹੋਣਾ ਚਾਹੀਦਾ ਵੀ ਕੀ ਚੀਜ਼ ਗਲਤ ਹੈ, ਕੀ ਚੀਜ਼ ਮਾੜੀ ਹੈ, ਕਿਉਂਕਿ ਆਜ਼ਾਦੀ ਮਾਨਸਿਕਤਾ ਦੀ ਉੱਥੋਂ ਹੀ ਬਣਦੀ ਹੈ ਜੀ। ਤੁਹਾਡੇ ਤੋਂ ਵੀ ਮੈਂ ਪੁੱਛ ਲੈਂਦੀ ਆ, ਅਰਸ਼, ਤੁਹਾਡੇ ਲਈ ਆਜ਼ਾਦੀ ਦਾ ਕੀ ਮਤਲਬ ਆ? ਆਜ਼ਾਦੀ ਫਿਲਹਾਲ ਤੇ ਮੈਂ ਜਿਹੜੇ ਆਪਣੇ ਬਾਰਡਰ ਦੇ ਕਿਸਾਨ ਬੈਠੇ ਆ, ਮੈਂ ਉਹਨਾਂ ਨਾਲ ਵੇਖ ਕੇ ਵੇਖਿਆ ਜਾਵੇ ਤਾਂ ਆਜ਼ਾਦੀ ਤਾਂ ਫਿਲਹਾਲ ਹਲੇ ਕਿਸੇ ਵਾਸਤੇ ਵੀ ਨਹੀਂ ਹੈਗੀ, ਰਾਈਟ। ਸੋ ਆਜ਼ਾਦੀ ਜਿੰਨਾ ਚਿਰ ਉਹ ਆਜ਼ਾਦ ਨਹੀਂ ਹੁੰਦੇ, ਦਿਨ ਆਪਾਂ ਹਾਲੇ ਤੱਕ ਤਾਂ ਵੇਖਿਆ ਜਾਵੇ ਤੇ ਗੁਲਾਮ ਹੀ ਆ, ਰਾਈਟ। ਕੁਲਵਿੰਦਰ ਘੁੰਮਣ ਬਾਈ ਜੀ, ਲੋਕਲ ਸਾਡੇ ਇੱਥੇ ਸਾਰਾ ਕੁਝ ਦੇਖਦੇ ਨੇ, ਬਈ ਕੀ ਲੱਗਦਾ ਆਜ਼ਾਦੀ ਕੀ ਆ? ਵੈਸੇ ਜਿਸ ਤਰੀਕੇ ਦਾ ਤੁਹਾਨੂੰ ਘਰੋਂ ਫੋਨ ਆਉਂਦੇ ਹੁੰਦੇ, ਮੈਨੂੰ ਲੱਗਦਾ ਹੁੰਦਾ ਤੁਸੀਂ ਵਾਵਾ ਵੱਡੇ ਗੁਲਾਮ ਆ। ਆਜ਼ਾਦੀ ਦਾ ਕੀ ਮਤਲਬ ਹੈ ਤੁਹਾਡੇ ਲਈ? ਮੇਰੇ ਲਈ ਆਜ਼ਾਦੀ ਦਾ ਮਤਲਬ ਹੈ ਕਿਸਾਨਾਂ ਦੇ, ਅਗਰ ਉਹਨਾਂ ਨੂੰ ਇਨਸਾਫ ਮਿਲ ਗਿਆ ਤੇ ਆਜ਼ਾਦ ਨਾ, ਆਪਾਂ ਸਭ ਆਜ਼ਾਦ ਆ। ਪਰ ਜੋ ਅੱਜ ਮੈਂ ਕਵਰਿੰਗ ਕਰਦੇ ਹੋਏ ਜਿਹੜੇ ਟੀਚਰਾਂ ਨੂੰ ਡਾਂਗਾ ਪੈ ਰਹੀਆਂ ਮੇਰੇ ਸਾਹਮਣੇ, ਪੁਲਿਸ ਉਹਨਾਂ ਨੂੰ ਘੜੀਸ ਕੇ ਚੁੱਕ ਰਹੀ ਹੈ, ਤੇ ਉਹ ਆਜ਼ਾਦੀ ਨਹੀਂ, ਉਸ ਨੂੰ ਆਪਾਂ ਆਜ਼ਾਦੀ ਨਹੀਂ ਕਹਿ ਸਕਦੇ ਹੈਗੇ, ਕਿਉਂਕਿ ਉਹਨਾਂ ਨਾਲ ਇੰਨਾ ਬੁਰਾ ਸਲੂਕ ਕੀਤਾ ਜਾ ਰਿਹਾ ਹੈ। ਸਰਕਾਰ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀ ਹੈਗੀ, ਤੇ ਵਿਚਾਰੇ ਨੂੰ ਸੜਕਾਂ 'ਤੇ ਬਹਿ ਕੇ, ਜਿਨ੍ਹਾਂ ਨੇ ਆਪਾਂ ਨੂੰ ਇੱਥੇ ਤੱਕ ਖੜਾ ਕੀਤਾ, ਪੜ੍ਹਾ ਲਿਆ ਕੇ ਜਰਨਲਿਸਟ ਬਣਾਇਆ ਹੈ, IAS ਆਫੀਸਰ ਬਣਾਏ ਨੇ, ਪਰ ਉਹ ਵੀ ਅੱਜ ਟੀਚਰ ਜਿਹੜੇ ਹੈਗੇ ਨੇ, ਉਹਨਾਂ ਨੂੰ ਸਰਕਾਰਾਂ ਡਾਂਗਾ ਮਾਰਦੀਆਂ ਹੋਈਆਂ ਦਿਖ ਰਹੀਆਂ ਨੇ। ਇਸ ਨੂੰ ਆਪਾਂ ਆਜ਼ਾਦੀ ਵੀ ਨਹੀਂ ਕਹਿ ਸਕਦੇ ਹੈਗੇ। ਪਰ ਜਦੋਂ ਸਭ ਤੋਂ ਬਹੁਤ ਵਧੀਆ ਕੰਮ ਹੋਇਆ ਹੁੰਦਾ ਜਾਂ ਸਭ ਤੋਂ ਵੱਡੀ ਡਾਂਟ ਪੈਂਦੀ, ਉਦੋਂ ਆਕਾਸ਼ ਨਾਮ ਗੂੰਜਦਾ ਆਫਿਸ ਦੇ ਵਿੱਚ ਸਿਮਰਨ ਸਰ ਦੇ ਵੱਲੋਂ। ਸੋ ਆਕਾਸ਼, ਕੀ ਆਜ਼ਾਦੀ ਦਾ ਮਤਲਬ ਹੈ ਤੁਹਾਡੇ ਲਈ? ਆਜ਼ਾਦੀ ਇੱਕ ਬਹੁਤ ਵੱਡਾ ਨਾਮ ਹੈ, ਕਿਉਂਕਿ ਮੈਂ ਜਦੋਂ ਕਿਸਾਨ ਮੋਰਚੇ ਦੇ ਦਿੱਲੀ ਭਾਜੀ ਨਾਲ ਗਿਆ ਸੀਗਾ, ਤੇ ਜਦੋਂ ਮੈਂ ਵੀਡੀਓ ਐਡਿਟ ਕਰਦਾ ਸੀਗਾ, ਤਾਂ ਉੱਥੇ ਨਾ ਬੜਾ ਯਾਨੀ ਕਿ ਕੁਝ ਇਮੋਸ਼ਨਲ ਨਿਕਲ ਕੇ ਆਉਂਦਾ ਹੁੰਦਾ ਸੀਗਾ। ਇੱਕ ਵਾਰ ਮੈਂ ਤੁਹਾਡੀ ਇੰਟਰਵਿਊ ਕੱਟ ਰਿਹਾ ਸੀਗਾ, ਉਹ 'ਚੋਂ ਨਾ ਇੱਕ ਚੀਜ਼ ਨਿਕਲ ਕੇ ਆਈ। ਉੱਥੇ ਨਾ ਕੁਝ ਬੀਬੀਆਂ ਜਿਹੜੀਆਂ ਭੈਣਾਂ ਸੀਗੀਆਂ, ਉਹ ਕਾਲਜ ਜਾਂਦੀਆਂ ਸੀਗੀਆਂ, ਤੇ ਜਾਂਦੇ ਜਾਂਦੇ ਨਾ, ਯਾਨੀ ਕਿ ਮੈਂ ਹੁਣ ਵੀ ਇਮੋਸ਼ਨਲ ਹੋ ਰਿਹਾ। ਉਹ ਕਹਿੰਦੀਆਂ ਵੀ ਜਦੋਂ ਅਸੀਂ ਜਾਂਦੇ ਸੀ ਨਾ ਉਸ ਟਾਈਮ, ਤਾਂ ਇੱਥੇ ਨਾ ਇਸੇ ਰੋਡ ਦੇ ਉੱਤੇ ਕੁੜੀਆਂ ਮੁੰਡੇ ਜਦੋਂ ਖੜੇ ਹੁੰਦੇ ਸੀਗੇ, ਉਹ ਛੇੜਦੇ ਸੀਗੇ ਉਸ ਟਾਈਮ। ਤੇ ਜਦੋਂ ਕਿਸਾਨ ਭਰਾ ਆਪਣੇ ਗਏ ਉੱਥੇ, ਉਹਨਾਂ ਦੀ ਹੈਲਪ ਕੀਤੀ ਵੀ ਇੱਥੇ ਅਸੀਂ ਹੈਗੇ ਹਾਂ, ਤੁਸੀਂ ਟੈਨਸ਼ਨ ਨਾ ਲਓ। ਮੈਨੂੰ ਹੁਣ ਵੀ ਯਾਨੀ ਕਿ ਉਹ ਹੋ ਰਿਹਾ ਵੀ ਸਾਡੇ ਤੇ ਕਾਫੀ ਸਾਲੇ ਆਜ਼ਾਦੀ ਨਹੀਂ ਮਿਲੀ। ਕੁੜੀਆਂ ਦੇ ਲਈ ਖਾਸ ਤੌਰ ਤੇ ਜੇ ਕਹੀਏ, ਭਾਰਤ ਦੇਸ਼ ਉਹਨਾਂ ਸੁਰੱਖਿਅਤ ਨਹੀਂ ਹੈ ਜਿੰਨਾ ਹੋਣਾ ਚਾਹੀਦਾ। ਜਿਹੜੇ ਨੇ, ਅਸੀਂ ਪਤਾ ਨਹੀਂ ਕਿੰਨੇ ਵਾਰ ਰੋਏ ਆ ਉੱਥੇ ਕਿਸਾਨ ਅੰਦੋਲਨ 'ਚ, ਕਿੰਨੇ ਵਾਰੀ ਅਸੀਂ ਜਜ਼ਬਾਤੀ ਹੋ ਜਾਂਦੇ ਸੀ। ਰਾਤਾਂ ਨੂੰ ਠੰਡ 'ਚ ਉੱਥੇ ਅਸੀਂ, ਸ਼ੁਰੂਆਤੀ ਜਦੋਂ ਮੈਂ ਜਗਰੂਪ ਸੀ,
ਰਵਿੰਦਰ ਸੀ, ਆਕਾਸ਼ ਸੀ, ਪੂਰਾ ਦਿਨ ਕੰਮ ਕਰਕੇ ਜਦੋਂ ਕਈ ਵਾਰੀ ਇੰਟਰਵਿਊ ਨੂੰ ਡਿਸਕਸ ਕਰਦੇ ਸੀ ਨਾ, ਤਾਂ ਜਿਵੇਂ ਹੁਣ ਆਕਾਸ਼ ਤੋਂ ਗੱਲ ਵੀ ਨਹੀਂ ਹੋ ਰਹੀ ਸੀ ਕਿ ਕਿਵੇਂ ਉਹ ਜਜ਼ਬਾਤ ਸਾਂਝੇ ਕੀਤੇ, ਤਾਂ ਬੜੇ ਵਾਰੀ ਹੋਇਆ। ਮੈਂ ਕੱਲ ਵੀ ਅਸੀਂ ਅਜੇ ਉੱਥੇ ਜਾ ਕੇ ਆਏ ਹਾਂ, ਤਾਂ ਮਤਲਬ ਅੰਦਰੋਂ ਜਿਹੜਾ ਹੈ ਨਾ ਉਹ ਹੂਕ ਨਿਕਲਦੀ ਹੈ ਕਿ ਸ਼ਰਮ ਆਉਣੀ ਚਾਹੀਦੀ ਹੈ ਸਰਕਾਰ ਨੂੰ। ਆਜ਼ਾਦੀ ਉੱਥੇ ਖੜ ਕੇ ਤੁਸੀਂ ਅੱਜ ਕਿਸਾਨਾਂ ਦੀ ਗੱਲ ਕਰ ਰਹੇ ਹੋ, ਇੱਕ ਦਿਨ ਤੁਹਾਨੂੰ ਸਰਿਆ ਨਹੀਂ, ਤੁਸੀਂ ਉਹਨਾਂ ਦੀ ਗੱਲ ਜਿਹੜੀ ਹੈ ਉਹਨਾਂ ਨੂੰ ਤੁਸੀਂ ਅੱਤਵਾਦੀ, ਖਾਲਿਸਤਾਨੀ, ਪਤਾ ਨਹੀਂ ਕੀ ਦੱਸਦੇ ਹੋ। ਮੈਂ ਕੱਲ ਉੱਥੇ ਸੀਗਾ, ਮੈਂ ਕਹਿੰਦਾ ਕਿ ਜਿੰਨੇ MPs ਇਹ ਕਹਿੰਦੇ ਆ ਕਿ ਕਾਨੂੰਨ ਚੰਗੇ ਨੇ, ਕਾਨੂੰਨ 'ਚ ਗਲਤ ਕੀ ਹੈ, ਮਾੜਾ ਕੀ ਹੈ, ਇਹ ਕਿਸਾਨ ਉੱਥੋਂ ਉੱਠ ਕੇ ਘਰਾਂ ਨੂੰ ਆ ਜਾਣਗੇ। ਤੁਸੀਂ ਜਿੰਨੇ ਦਿਨ ਉਹ ਬੈਠੇ ਹੈ, ਤੁਸੀਂ ਉੱਥੇ ਬਹਿ ਕੇ ਦਿਖਾ ਦਿਓ। ਤੁਸੀਂ ਉੱਥੇ ਆਪੇ ਪਾਣੀ ਦਾ ਪ੍ਰਬੰਧ ਕਰਕੇ, ਆਪੇ ਲੰਗਰ ਦਾ ਪ੍ਰਬੰਧ ਕਰਕੇ, ਆਪੇ ਤੁਸੀਂ ਉੱਥੇ ਲੱਕੜਾਂ ਦਾ ਪ੍ਰਬੰਧ ਕਰਕੇ, ਸਿਆਲਾਂ 'ਚ ਗਰਮ ਪਾਣੀ, ਉਹ ਸੜਕਾਂ ਤੇ ਖੜ ਕੇ ਨਹਾਉਂਦੇ ਰਹੇ ਆ, ਬਾਥਰੂਮ ਦੀ ਕੋਈ ਫੈਸਿਲਿਟੀ ਨਹੀਂ, ਗੰਦਗੀ ਆਸੇ-ਪਾਸੇ। ਉਹ ਹਾਲਾਤਾਂ ਦੇ ਵਿੱਚ ਇੱਕ ਦਿਨ ਟੀਨ ਗਰਮੀ 'ਚ, ਜੇਠ ਹਾੜ ਦੇ ਵਿੱਚ ਤੁਹਾਨੂੰ ਪਤਾ ਕੀ ਹਾਲਾਤ ਰਹੇ, ਹੁਣ ਵੀ ਉੱਥੇ ਇੰਨੇ ਤਪ ਜਾਂਦੇ, ਉੱਥੇ ਖੜਨਾ ਔਖਾ ਹੁੰਦਾ ਹੈ। ਉਹਨਾਂ ਦੀ ਕੋਈ ਗੱਲ ਹੀ ਨਹੀਂ ਸੁਣਦੀ ਸਰਕਾਰ। ਤਾਂ ਇਹ ਆਜ਼ਾਦੀ ਦੇ ਮਾਇਨੇ 75 ਵੀ ਹੈ, ਉਹ ਵੀ ਤਾਂ ਤੁਹਾਡਾ ਜਮਾਂ ਹੀ ਤੁਹਾਨੂੰ ਸ਼ਰਮ ਹੀ ਨਹੀਂ ਆਉਂਦੀ ਪਈ ਕਿ ਤੁਸੀਂ। ਔਰ ਜਿਵੇਂ ਆਕਾਸ਼ ਜਜ਼ਬਾਤੀ ਹੋਇਆ, ਮੈਨੂੰ ਲੱਗਦਾ ਕਿ ਇਹ ਅੰਦਰੋਂ ਆਈ ਗੱਲ ਹੈ ਕਿ ਦੇਖੋ, ਇਹ ਵੀਡੀਓ ਐਡੀਟਰ ਹੈ, ਇਹ ਐਡਿਟ ਕਰਦਾ ਖਬਰਾਂ। ਤੁਸੀਂ ਆਜ਼ਾਦੀ ਦੀ ਗੱਲ ਕੀਤੀ, ਉਹ ਕਹਿੰਦਾ ਕਿ ਮੈਂ ਤਾਂ ਜਜ਼ਬਾਤੀ, ਮੈਂ ਔਰਤ ਕਹਿ ਰਹੀ ਹੈ ਕਿ ਅਸੀਂ ਜਦੋਂ ਪਹਿਲਾਂ ਇੱਥੇ ਹੁੰਦੇ ਸੀ ਸਾਨੂੰ ਛੇੜਦੇ ਸੀ, ਇਹ ਕਿਸਾਨ ਆਏ ਆ ਇੱਥੇ ਤਾਂ ਕਿਸੇ ਦੀ ਹਿੰਮਤ ਨਹੀਂ ਸਾਡੀ ਵਾਹ ਵੱਲ ਝਾਕ ਜੇ। ਇਸ ਕਰਕੇ ਜੇ ਸਾਡੇ ਕਿਸਾਨ ਉੱਥੇ ਸੜਕਾਂ ਤੇ ਜਿੰਨੀ ਦੇਰ ਬੈਠੇ ਹੈ, ਕੋਈ ਆਜ਼ਾਦੀ ਨਹੀਂ ਸਾਡੀ। ਜਿੱਦਣ ਉਹ ਘਰਾਂ ਨੂੰ ਪਰਤਣਗੇ, ਘਰਾਂ ਨੂੰ ਮੁੜਨਗੇ, ਉਹਨਾਂ ਮਾਵਾਂ, ਕੱਲ ਕਨਵਰ ਗਰੇਵਾਲ ਬਾਈ ਨੇ ਦੱਸਿਆ ਕਿ ਇੱਕ ਬੰਦੇ ਦੇ ਘਰ ਬੱਚਾ ਪੈਦਾ ਹੋਇਆ, ਉਹ ਘਰ ਹੀ ਨਹੀਂ ਗਿਆ ਹਾਲੇ ਤੱਕ, ਉਹਨੇ ਉਹਦਾ ਨਾਂ ਰੱਖਤਾ ਅੰਦੋਲਨ ਸਿੰਘ। ਇੱਕ ਮਾਂ ਦਾ ਪੁੱਤ ਚਲਾ ਗਿਆ ਜਵਾਨ, ਇੱਕੋ ਔਲਾਦ, ਇੱਕੋ ਪੁੱਤਰ ਜਵਾਨ, ਉਹ ਅਜੇ ਵੀ ਉੱਥੇ ਬੈਠੀ ਹੈ। ਕੈਸੀ ਚਮੜੀ ਹੈ ਉਹਨਾਂ ਦੀ ਯਾਰ, ਕੈਸੇ ਉਹ ਸਿਦਕ ਵਾਲੇ ਲੋਕ ਨੇ। ਤੁਹਾਨੂੰ ਸ਼ਰਮ ਨਹੀਂ ਆ ਰਹੀ? ਤੁਸੀਂ ਆਜ਼ਾਦੀ ਦਿਹਾੜੇ ਤੇ ਗੱਲਾਂ ਬਹੁਤ ਵੱਡੀਆਂ ਕਰ ਰਹੇ ਹੋ। ਤਾਂ ਮੈਨੂੰ ਲੱਗਦਾ ਕਿ ਅੱਜ ਔਨ-ਏਅਰ ਅਸੀਂ ਦੁਬਾਰਾ ਕਿਸਾਨੀ ਦੇ ਨਾਂ ਦੀ ਅਸੀਂ ਜ਼ਰੂਰ ਨਾਰਾ ਸਾਨੂੰ ਲਾਉਣਾ ਚਾਹੀਦਾ, ਔਰ ਸਾਨੂੰ ਕੋਈ ਸ਼ਰਮ ਨਹੀਂ ਹੈ ਕਹਿਣ ਦੇ ਵਿੱਚ। ਮੈਂ ਚਾਹੁੰਦਾ ਆਕਾਸ਼ ਹੀ ਇਹ ਨਾਰਾ ਲਾਵੇ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ। ਸੋ ਹੋਰ ਵੀ ਜਿਹੜਾ ਪਰਿਵਾਰ ਹੈਗਾ, ਪਰਵਿੰਦਰ, ਪਹਿਲਾਂ ਤਾਂ ਤੁਹਾਡੇ ਤੋਂ ਜਾਣ ਲੈਂਦੇ ਆ ਕਿ ਆਜ਼ਾਦੀ ਤੁਹਾਡੇ ਲਈ ਕੀ ਮਾਇਨੇ ਰੱਖਦੀ ਆ? ਆਜ਼ਾਦੀ ਦਾ ਇਹੀ ਮਕਸਦ ਹੈ, ਮੇਨ ਮੋਟਿਵ ਤਾਂ ਇਹੀ ਹੋਣਾ ਚਾਹੀਦਾ ਵੀ ਆਜ਼ਾਦੀ ਹੋਣੀ ਚਾਹੀਦੀ ਆ। ਪਹਿਲੀ ਗੱਲ ਤਾਂ ਜਾਤ ਪਾਤ ਬਹੁਤ ਜ਼ਿਆਦਾ ਹੈ। ਬੇਸ਼ੱਕ ਮੁੱਖ ਮੰਤਰੀ ਅੱਜ ਆਜ਼ਾਦੀ ਦਿਵਸ ਦੇ ਮੌਕੇ ਅਨੁਸੂਚਿਤ ਜਾਤੀਆਂ ਦੀ ਭਲਾਈ ਦੀ ਗੱਲ ਕਰਦੇ ਨੇ, ਵੱਡੇ ਫੰਡ ਰਿਲੀਜ਼ ਕਰਨ ਦੀ ਗੱਲ ਕਰਦੇ ਨੇ, ਪਰ ਜਾਤ ਪਾਤ ਦੇ ਨਾਮ ਤੇ ਨਿੱਤ ਦਿਨ ਹੀ ਇੱਥੇ ਕਤਲ ਹੁੰਦੇ ਨੇ, ਜਾਂ ਫਿਰ ਨਿੱਤ ਨਵੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਕਿ ਐਸਸੀ ਵਰਗ ਜਿਹੜੀਆਂ ਖਬਰਾਂ ਹਮੇਸ਼ਾ ਸਾਹਮਣੇ ਆਉਂਦੀਆਂ ਨੇ। ਹਾਲਾਂਕਿ ਜਦੋਂ ਖਬਰ ਨਸ਼ਰ ਕਰਦੇ ਉਦੋਂ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਮੈਂਟਾਂ ਦੇ ਵਿੱਚ ਵੀ ਐਸਸੀ ਨਾਮ ਕਿਉਂ ਲਿਆ ਜਾਂਦਾ ਹੈ, ਵੀ ਕਿਉਂ ਜਾਤ ਨਾਲ ਜੋੜਿਆ ਜਾਂਦਾ, ਕਿਉਂਕਿ ਉਹ ਧੱਕੇਸ਼ਾਹੀ ਕਿਤੇ ਨਾ ਕਿਤੇ ਹੁੰਦੀ ਹੈ, ਤਾਂ ਕਰਕੇ ਸਾਨੂੰ ਉਹ ਨਸ਼ਰ ਕਰਨੀ ਪੈਂਦੀ ਹੈ। ਐਸਸੀ ਸ਼ਬਦ ਹੈ, ਦਲਿਤ ਵਰਗ ਹੈ, ਜਿਹੜਾ ਦਲਿਤ ਸ਼ਬਦ ਹੈ ਉਹ ਸਾਨੂੰ ਇਸਤੇਮਾਲ ਕਰਨਾ ਪੈਂਦਾ ਹੈ, ਉਹ ਮਜਬੂਰੀ 'ਚ ਕਰਨਾ ਪੈਂਦਾ ਕਿਉਂਕਿ ਉਹ ਧੱਕੇਸ਼ਾਹੀ ਹੋਈ ਹੁੰਦੀ ਹੈ। ਜੇ ਨਹੀਂ ਕਰਦੇ ਤਾਂ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਦੀ ਆਵਾਜ਼ ਦੱਬੀ ਕੁਚਲੀ ਰਹਿ ਜੂਗੀ, ਜੇ ਪੱਤਰਕਾਰੀ ਦੇ ਵਿੱਚ ਹੀ ਨਾ ਚੱਕੀ ਜਾਵੇ। ਹਾਲਾਂਕਿ ਭਾਵ ਕਿ ਸਾਨੂੰ ਵੀ ਆਜ਼ਾਦੀ ਹੋਣੀ ਚਾਹੀਦੀ ਹੈ ਪੱਤਰਕਾਰਿਤਾ ਦੇ ਵਿੱਚ। ਹਾਲਾਂਕਿ ਇਹਦਾ ਮਕਸਦ ਇਹ ਨਹੀਂ ਹੁੰਦਾ ਵੀ ਜਾਤ ਪਾਤ ਨੂੰ ਪ੍ਰਮੋਟ ਕੀਤਾ ਜਾਵੇ, ਕੋਈ ਕਿਸੇ ਨਾਲ ਜਾਤ ਨਾਲ ਸੰਬੰਧ ਰੱਖ ਸਕਦਾ ਹੈ। ਇੱਕ ਪੰਜਾਬ ਇਹੋ ਜਿਹੀ ਸਟੇਟ ਹੈ ਜਿੱਥੇ ਸਾਰੇ ਧਰਮ ਨੇ, ਜਾਤਾਂ ਪਾਤਾਂ ਏਕਤਾ ਸਾਰੇ ਕਿਤੇ ਹੈਗੀ ਹੈ ਨਾ, ਕੋਈ ਹਰਜ ਨਹੀਂ ਹੈਗਾ ਇਹਦਾ, ਪਰ ਨਸ਼ਰ ਕਰਨੀ ਪੈਂਦੀ ਹੈ ਖਬਰ। ਮਾਮਲਾ ਮੇਨ ਮਕਸਦ ਕੀ ਹੈ ਆਜ਼ਾਦੀ ਦਾ, ਕਿ ਜਾਤ ਪਾਤ ਜਿਹੜੀ ਮੇਨ ਹੈ ਉਹ ਜ਼ਰੂਰ ਖਤਮ ਹੋਣੀ ਚਾਹੀਦੀ ਹੈ। ਨਿੱਤ ਨਵੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਪਿਛਲੇ ਦਿਨ ਹੀ ਖਬਰ ਆਈ ਵੀ ਸੀਗੀ ਕਿ ਇੱਕ ਜ਼ਿਮੀਂਦਾਰ ਪਰਿਵਾਰ ਦੇ ਇਲਜ਼ਾਮ ਲੱਗੇ ਸੀਗੇ ਕਿ ਇੱਕ ਦਲਿਤ ਪਰਿਵਾਰ ਦਾ ਮਜ਼ਦੂਰ ਇਨਸਾਨ ਸੀਗਾ, ਜਿਹੜਾ ਮਜ਼ਦੂਰ ਸੀਗਾ, ਉਸ ਨੂੰ ਮਾਰ ਕੇ ਸਿੱਟ ਗਏ। ਉਹਦੀ ਪਤਨੀ ਰੋ ਰੋ ਕੇ ਦੁਹਾਈ ਦੇ ਰਹੀ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ, ਇਨਸਾਫ ਨਹੀਂ ਮਿਲਦਾ। ਅਜਿਹੇ ਕਈ ਮਾਮਲੇ ਨੇ ਜਿਹੜੇ ਨਿੱਤ ਦਿਨ ਹੀ ਪੰਜਾਬ 'ਚੋਂ ਸਾਹਮਣੇ ਆਉਂਦੇ ਨੇ। ਦਲਿਤ ਵਰਗ ਹੈ, ਇਕੱਲੇ ਜਾਤ ਪਾਤ ਦੀ ਗੱਲ ਨਹੀਂ ਕਰਦੇ, ਧਰਮ ਦੇ ਨਾਂ ਤੇ ਵੀ ਵਿਤਕਰਾ ਨਿੱਤ ਦਿਨ ਹੁੰਦਾ ਰਹਿੰਦਾ ਹੈ ਬਹੁਤ ਸਾਰੀਆਂ ਥਾਵਾਂ ਤੇ। ਸੋ ਸਾਨੂੰ ਇਹਨਾਂ ਦੀ ਆਜ਼ਾਦੀ ਮੇਨ ਹੋਣੀ ਚਾਹੀਦੀ ਹੈ, ਕਿਉਂਕਿ ਦੇਸ਼ ਦੇ ਅੰਦਰ ਲਗਾਤਾਰ ਸਿੱਖ ਹਿੰਦੂ, ਮੁਸਲਿਮ ਹਿੰਦੂ, ਇਹੀ ਡਿਬੇਟਸ ਨੇ ਮੀਡੀਆ ਦੇ ਵਿੱਚ ਵੀ, ਲਗਾਤਾਰ ਹਰ ਜਗ੍ਹਾ ਹੀ ਮੁੱਦੇ ਨੇ, ਇਹ ਖਤਮ ਹੋਣੇ ਚਾਹੀਦੇ ਨੇ। ਬਹੁਤ ਸਾਰੇ ਪੁਆਇੰਟ ਨੇ। ਆਜ਼ਾਦੀ ਨਹੀਂ ਹੈ, ਗੱਲ ਉੱਥੇ ਘੁੰਮ ਘੁਮਾ ਕੇ ਫੇਰ ਆ ਜਾਂਦੀ ਹੈ ਕਿ ਸਾਨੂੰ ਜਿਉਣ ਦੀ ਹਜੇ ਆਜ਼ਾਦੀ ਪੂਰਨ ਤੌਰ ਤੇ ਨਹੀਂ ਮਿਲੀ, ਕਿਉਂਕਿ ਹਰ ਵਰਗ ਕਿਸੇ ਨਾ ਕਿਸੇ ਰੂਪ ਵਿੱਚ ਦੁਖੀ ਦਿਖਾਈ ਦੇ ਰਿਹਾ ਹੈ। ਜੀ ਤੁਸੀਂ ਸਾਰੇ ਜਣੇ ਪਲੀਜ਼ ਅੱਗੇ ਆ ਜਾਓ। ਇਹ ਸਾਡੇ ਔਨ-ਏਅਰ ਪਰਿਵਾਰ ਦੇ ਨਵੇਂ ਮੈਂਬਰ ਨੇ, ਇਹਨਾਂ ਦਾ ਨਾਮ ਵੀ ਪਰਵਿੰਦਰ ਜੀ ਆ। ਕੀ ਮੀਨਿੰਗ ਆ ਤੁਹਾਡੀ? ਜਿਵੇਂ ਭਾਈ ਨੇ ਗੱਲ ਕੀਤੀ ਜਾਤ ਪਾਤ, ਉੱਦਾਂ ਹੀ ਜਿਵੇਂ ਸਿਮਰ ਸਰ ਨੇ ਵੀ ਦੱਸਿਆ ਵੀ ਸਾਡਾ ਪਰਿਵਾਰ ਜਿਹੜਾ ਉੱਧਰੋਂ ਆਇਆ ਸੀ,
ਅਸੀਂ ਵੀ ਉਹਨਾਂ ਕੁਝ ਪਰਿਵਾਰਾਂ ਚੋਂ ਸੀ ਜਿਹੜਾ ਉੱਧਰੋਂ ਆਏ। ਤਾਂ ਇਹ ਛੋਟੀ ਜੀ ਗੱਲ ਆਜ਼ਾਦੀ ਤੋਂ ਬਾਅਦ ਕਦੇ ਨਾ ਕਦੇ ਫੀਲ ਹੁੰਦੀ ਹੈ ਜਦੋਂ ਸਾਨੂੰ ਕਦੇ ਰਿਫਿਊਜੀ ਕਹਿ ਕੇ ਬੁਲਾਇਆ ਜਾਂਦਾ ਹੈ। ਮਤਲਬ ਰਿਫਿਊਜ਼ ਵਰਡ ਸਾਡੇ ਲਈ ਬੜਾ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ। ਕਿਧਰੇ ਜਾਂਦੇ ਆ ਵੀ ਅੱਛਾ ਤੁਸੀਂ ਰਿਫਿਊਜੀ ਹੋ, ਤੇ ਮਤਲਬ ਆਜ਼ਾਦੀ ਤੋਂ ਬਾਅਦ ਆਣਾ ਤਾਂ ਅਸੀਂ ਇੱਧਰ ਹੀ, ਸਾਡਾ ਦੇਸ਼ ਕਿਹੜਾ, ਮਤਲਬ ਜਦੋਂ ਅਸੀਂ ਉੱਧਰੋਂ, ਸਾਡੇ ਦਾਦਾ ਜੀ ਹੋਣੀ ਦੱਸਦੇ ਸੀ ਜਦੋਂ ਉੱਧਰੋਂ ਤੁਰੇ ਤੇ ਸਿਆਲਕੋਟ ਸਾਡਾ ਜਿਹੜਾ ਜ਼ਿਲ੍ਹਾ ਸੀ ਉੱਥੋਂ ਤੁਰੇ, ਤੇ ਜਦੋਂ ਇੱਧਰੋਂ ਆਉਂਦੇ ਆ ਰਹੇ ਸੀਗੇ ਮਤਲਬ ਵੀ ਬਹੁਤ ਜ਼ਿਆਦਾ ਪਰੇਸ਼ਾਨੀਆਂ ਆਈਆਂ। ਜਦੋਂ ਮਤਲਬ ਇੰਨੀ ਪਰੇਸ਼ਾਨੀਆਂ ਆਈਆਂ, ਜਿਹੜਾ ਪਾਣੀ ਸੀ ਖੂਹਾਂ ਦੇ ਵਿੱਚ ਕਹਿੰਦੇ ਵੀ ਉੱਥੇ ਜ਼ਹਿਰ ਪਾਤੀ ਸੀ ਵੀ ਪਾਣੀ ਪੀਣ ਨਾਲ ਮਰਨ ਜਾਂ ਭੁੱਖੇ ਮਰਨ, ਮਤਲਬ ਮਰਨ ਦਾ ਉਹ ਸੀਗਾ। ਪਰ ਅੱਜ ਵੀ ਕਦੇ ਕਿਵੇਂ ਕਿੱਥੇ ਨਾ ਕਿਤੇ, ਜਿਵੇਂ ਹੁਣ ਅਸੀਂ ਪੰਜਾਬ ਦੇ ਵਿੱਚ ਆ, ਕਿਤੇ ਕਦੇ ਨਾ ਕਦੇ ਜਦੋਂ ਰਿਫਿਊਜੀ ਵਰਡ ਆਉਂਦਾ ਉਦੋਂ ਥੋੜ੍ਹਾ ਜਿਹਾ ਦੁੱਖ ਲੱਗਦਾ। ਬਾਕੀ ਆਜ਼ਾਦੀ ਦਾ ਮਤਲਬ ਇਹ ਹੈ ਜੀ, ਮੈਂ ਔਨ 에ਅਰ ਦਾ ਕੈਮਰਾਮੈਨ ਆ, ਮੈਂ ਕੈਮਰੇ ਸਾਰਿਆਂ ਨੂੰ ਕੈਮਰੇ ਦੇ ਅੱਗੇ ਲੈ ਕੇ ਆਉਣਾ। ਅੱਜ ਮੈਂ ਖੁਦ ਕੈਮਰੇ ਦੇ ਅੱਗੇ ਆਇਆ, ਇਸ ਤੋਂ ਵੱਡੀ ਆਜ਼ਾਦੀ ਮੈਂ ਬਹੁਤ ਖੁਸ਼ ਹਾਂ ਜੀ ਅੱਜ, ਕਿ ਮੈਨੂੰ ਅੱਜ ਖੁਸ਼ੀ ਫੀਲ ਹੋ ਰਹੀ ਹੈ ਕਿ ਸਾਰਿਆਂ ਨੂੰ ਕੈਮਰੇ ਦੇ ਅੱਗੇ ਲਿਆਉਣ ਵਾਲਾ ਬੰਦਾ ਅੱਜ ਖੁਦ ਕੈਮਰੇ ਦੇ ਅੱਗੇ ਆ। ਇਹੀ ਮੇਰੇ ਲਈ ਆਜ਼ਾਦੀ ਹੈ ਜੀ। ਥੈਂਕਸ ਟੂ ਸਿਮਰਨ ਸਰ। ਸੋ ਬਹੁਤ ਸਾਰੀਆਂ ਕੁੜੀਆਂ ਵੀ ਸਾਡੇ ਔਨ 에ਅਰ ਦੇ ਪਰਿਵਾਰ ਦਾ ਹਿੱਸਾ ਹੈ। ਸੋ ਕੁਝ ਪਰਿਵਾਰ ਜਿਹੜਾ ਅੱਜ ਆਇਆ ਨਹੀਂ ਹੋਇਆ। ਸਤਿ ਸ਼੍ਰੀ ਅਕਾਲ, ਤੁਹਾਡੇ ਲਈ ਆਜ਼ਾਦੀ ਦਾ ਕੀ ਮਤਲਬ ਹੈ? ਮੈਮ ਮੇਰਾ ਮਤਲਬ ਆਜ਼ਾਦੀ ਦਾ ਇਹ ਹੈ ਕਿ ਅਸੀਂ ਮੰਨਦੇ ਹਾਂ ਕਿ ਅਸੀਂ ਆਜ਼ਾਦ ਹੋਏ ਹਾਂ, ਪਰ ਸਿਰਫ ਅਸੀਂ ਗੋਰਿਆਂ ਤੋਂ ਹੋਏ ਹਾਂ। ਗੋਰਿਆਂ ਤੋਂ ਆਜ਼ਾਦ ਹੋਣ ਤੋਂ ਬਾਅਦ ਅਸੀਂ ਇੱਕ ਤਾਨਾਸ਼ਾਹੀ ਸਰਕਾਰ ਦੇ ਅੱਗੇ ਗੁਲਾਮ ਬਣ ਗਏ। ਕਿਉਂਕਿ ਤਾਨਾਸ਼ਾਹੀ ਸਰਕਾਰ ਅਸੀਂ ਇਸ ਲਈ ਕਹਿ ਸਕਦੇ ਹਾਂ ਕਿ ਵੈਸੇ ਤਾਂ ਸਾਡਾ ਭਾਰਤ ਇੱਕ ਲੋਕਤੰਤਰਿਕ ਦੇਸ਼ ਹੈ, ਪਰ ਲੋਕਤੰਤਰ ਹੁੰਦਾ ਲੋਕਾਂ ਲਈ ਫੈਸਲੇ ਲੈਣੇ। ਪਰ ਜੋ ਫੈਸਲੇ ਸਾਡੀ ਸਰਕਾਰ ਲੈ ਰਹੀ ਹੈ ਉਹ ਤਾਨਾਸ਼ਾਹੀ ਵਾਲੇ ਫੈਸਲੇ ਨੇ। ਹੁਣ ਜਿਵੇਂ ਸਾਡੇ ਕਿਸਾਨ ਭਾਈਚਾਰੇ ਦੇ ਲੋਕ ਕਹਿ ਰਹੇ ਨੇ ਕਿ ਸਾਡੇ ਲਈ ਇਹ ਫੈਸਲੇ ਜੋ ਕਾਨੂੰਨ ਲਾਗੂ ਕੀਤੇ ਗਏ ਨੇ ਉਹ ਸਾਡੇ ਹੱਕਾਂ ਲਈ ਨਹੀਂ ਹੈਗੇ। ਤਾਂ ਉਹ ਮੰਗ ਕਰ ਰਹੇ ਨੇ, ਕਾਫੀ ਲੰਬੇ ਸਮੇਂ ਤੋਂ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਹ ਜੋ ਕਾਨੂੰਨ ਨੇ ਇਹ ਰੱਦ ਕੀਤੇ ਜਾਣ। ਬਟ ਨਹੀਂ, ਉਹਨਾਂ ਦੀ ਨਹੀਂ ਮੰਨੀ ਜਾ ਰਹੀ ਕਿ ਇਹ ਕਾਨੂੰਨ ਉਹਨਾਂ ਲਈ ਸੇਫ ਨੇ। ਤੁਹਾਡੀ ਨਜ਼ਰ ਦੇ ਵਿੱਚ ਜੇ ਕਿਸਾਨ ਆਜ਼ਾਦ ਨਹੀਂ ਆ ਤੇ ਆਜ਼ਾਦੀ ਨਹੀਂ ਆ। ਅੱਜ ਜੇ ਮੈਨੂੰ ਇਹ ਸੀ ਕਿ ਅੱਜ ਸਭ ਤੋਂ ਵੱਡੀ ਕਿਸਾਨਾਂ ਲਈ ਜਾਂ ਸਾਡੇ ਸਾਰੇ ਦੇਸ਼ ਲਈ ਇਹ ਖੁਸ਼ੀ ਹੁੰਦੀ ਜੇ ਅੱਜ ਮਤਲਬ ਕਿ ਬਹੁਤ ਵੱਡੇ ਫੈਸਲੇ ਕੀਤੇ ਗਏ ਨੇ ਕਿ ਪੀਐਮ ਮੋਦੀ ਨੇ ਇਹ ਐਲਾਨ ਕਰਤਾ, ਕੈਪਟਨ ਨੇ ਇਹ ਐਲਾਨ ਕਰਤਾ। ਬਟ ਜੇ ਅੱਜ ਉਹਨਾਂ ਵੱਲੋਂ ਇਹ ਐਲਾਨ ਕੀਤਾ ਜਾਂਦਾ ਕਿ ਹਾਂਜੀ ਜੋ ਅਸੀਂ ਕਾਨੂੰਨ ਬਣਾਏ ਸੀ ਅੱਜ ਅਸੀਂ ਉਹ ਕਾਨੂੰਨ ਇਸ ਦਿਵਸ ਤੇ ਮੈਮ ਐਦਾਂ ਕਿ ਵੀ ਸਾਰਿਆਂ ਨੇ ਜਿਹੜੇ ਵੀ ਗੱਲਾਂ ਕਹੀਆਂ ਨੇ ਮੈਨੂੰ ਸੀਰੀਅਸਲੀ ਇੰਨਾ ਕੁ ਜ਼ਿਆਦਾ ਸਭ ਨੂੰ ਅਗਰੀ ਕਰ ਰਿਹਾ ਮੈਂ, ਹਨਾ। ਜਿਵੇਂ ਆਕਾਸ਼ ਨੇ ਕਾਫੀ ਜ਼ਿਆਦਾ ਇਮੋਸ਼ਨਲ ਹੋ ਗਏ ਔਰ ਅਮਨ ਨੇ ਉਹ ਕਾਫੀ ਤਹਿਸ 'ਚ ਬੋਲੇ ਨੇ। ਇਹਨਾਂ ਵੇ ਮੈਂ ਦੋਨਾਂ ਨਾਲ ਕਿਤੇ ਨਾ ਕਿਤੇ ਅਗਰੀ ਕਰਦਾ। ਤੇ ਜਦ ਆਪਾਂ ਗੱਲ ਕਰਦੇ ਹਾਂ ਕਿਸਾਨੀ ਦੀ, ਹਨਾ, ਤੇ ਕਿਸਾਨੀ ਧਰਨੇ ਦੇ ਵਿੱਚ ਬਾਰ-ਬਾਰ ਗੱਲ ਹੋ ਰਹੀ ਹੈ ਕਿ ਸਾਨੇ ਇਹ 3 ਕਾਨੂੰਨ ਜਿਹੜੇ ਨੇ ਉਹ ਰੱਦ ਕਰਾਣੇ ਨੇ ਤੇ ਉਹ ਸਾਡੀ ਆਜ਼ਾਦੀ ਹੋਏਗੀ। ਮੈਂ ਕਹਿੰਦਾ ਇੱਥੋਂ ਸ਼ੁਰੂਆਤ ਹੋ ਰਹੀ ਹੈ। ਹਲੇ ਅਸੀਂ ਤਿਆਰ ਹੋ ਗਏ ਆਜ਼ਾਦੀ ਲਈ, ਨੌਜਵਾਨ ਤਿਆਰ ਹੈ ਇਸ ਵਕਤ ਆਜ਼ਾਦੀ ਵਾਪਸ ਲੈਣ ਲਈ। ਜਿਵੇਂ ਡਿਕਟੇਟਰਸ ਖੜੇ ਨੇ, ਤਿਆਰ ਨੇ ਕਿ ਅਸੀਂ ਕਬਜ਼ਾ ਕਰਨਾ, ਤਾਂ ਜਵਾਨ ਵੀ ਖੜਾ ਹੈ ਲੜਨ ਦੇ ਲਈ। ਪੰਜਾਬ ਨੇ ਖੂਬਸੂਰਤੀ ਇਹ ਹੈ ਕਿ ਸਾਡੇ ਆਫਿਸ 'ਚ ਹਰ ਧਰਮ ਦਾ ਬੰਦਾ ਕੰਮ ਕਰਦਾ ਹੈ, ਫਿਰ ਵੀ ਉਹ ਕਿਸਾਨਾਂ ਦੀ ਗੱਲ ਕਰ ਰਿਹਾ। ਤਾਂ ਜਿਹੜੀ ਸਰਕਾਰ ਇਹ ਕਹਿੰਦੀ ਹੈ ਕਿ ਕਿਸੇ ਖਾਸ ਧਰਮ ਦੇ ਲੋਕ ਹੈ ਜਾਂ ਇੱਕ ਕੋਈ ਕਿਸਾਨਾਂ ਤੇ ਬਹੁਤ ਸਾਰੀਆਂ ਗੱਲਾਂ ਕਰਦੇ ਆ, ਸਾਰਿਆਂ ਦੇ ਜਜ਼ਬਾਤ ਹੈ। ਤੁਸੀਂ ਦੇਖੋ ਕਿ ਅਸੀਂ ਹੁਣ ਧਰਮਾਂ 'ਚ ਨਹੀਂ ਪੈਣਾ, ਪਰ ਆਕਾਸ਼ ਦੀਆਂ ਅੱਖਾਂ 'ਚ ਹੰਝੂ ਕਿਸਾਨਾਂ ਦੀ ਖਾਤਰ ਆਏ ਹੈ। ਇਹ ਜ਼ਮੀਨ ਨਹੀਂ ਹੈਗੀ ਇਹਦੇ ਕੋਲੇ, ਇਹ ਜ਼ਮੀਰ ਵਾਲਾ ਹੈ। ਇਸ ਕਰਕੇ ਮੈਂ ਕਹਿ ਰਿਹਾ ਕਿ ਜਿਹੜੇ ਸਭ ਤੋਂ ਵੱਡਾ ਕਸੂਰ ਆਈਟੀ ਸੈੱਲਾਂ ਦਾ ਹੈ, ਔਰ ਆਈਟੀ ਸੈੱਲਾਂ ਨੂੰ ਤੁਸੀਂ ਪਛਾਣਨਾ ਹੈ ਕਿਹੜੇ ਨਾਵਾਂ ਤੇ ਆਈਡੀਆਂ ਬਣਦੀਆਂ ਪਈਆਂ, ਕੀ ਕਮੈਂਟ ਪੈਂਦੇ ਆ ਥੱਲੇ, ਔਰ ਇੱਕ ਖਾਸ ਤਬਕਾ ਜਿਹੜਾ ਉਹ ਚਲਾ ਰਿਹਾ ਹੈ ਉਹਨੂੰ ਐਕਸਪੋਜ਼ ਹੁਣ ਪੰਜਾਬ ਦੇ ਨਹੀਂ ਦੇਸ਼ ਦੇ ਲੋਕ ਆਪ ਕਰਨਗੇ। ਬਹੁਤ ਖੂਬਸੂਰਤ ਗੱਲ ਕਹਿ ਰਿਹਾ ਸੀ ਡੀਕੇ ਜੀ। ਤੇ ਮੈਂ ਸਿਰਫ ਇੰਨਾ ਕਹਿਣਾ ਚਾਹ ਰਿਹਾ ਕਿ ਅੱਜ ਅਸੀਂ ਸਾਰੇ ਤਿਆਰ ਹਾਂ, ਅੱਜ ਅਸੀਂ ਸਾਰੇ ਲੜ ਰਹੇ ਹਾਂ, ਹਰੇਕ ਤਰੀਕੇ ਨਾਲ ਆਪਣੇ ਤਰੀਕੇ ਨਾਲ ਲੜ ਰਹੇ ਹਾਂ। ਸਾਡੇ ਚੋਂ ਹਰੇਕ ਨੇ ਕਿਸੇ ਨਾ ਕਿਸੇ ਨੇ ਸਟੇਟਸ ਪਾਇਆ ਹੋਇਆ ਕਿ ਸਾਨੂੰ ਕਾਹਦੇ ਤੋਂ ਆਜ਼ਾਦੀ ਚਾਹੀਦੀ ਹੈ, ਤਾਂ ਅਸੀਂ ਤਿਆਰ ਹਾਂ। ਸਾਨੂੰ ਸਾਰਿਆਂ ਨੂੰ ਧਿਆਨ ਨਾਲ ਦੇਖ ਲਓ, ਸਾਡੇ ਸਾਰਿਆਂ 'ਚ ਤੁਹਾਨੂੰ ਭਗਤ ਸਿੰਘ ਦੇਖਣ ਨੂੰ ਮਿਲੂਗਾ। ਅਸੀਂ ਤਿਆਰ ਹਾਂ। ਜਗਤਾਰ, ਤੁਹਾਡੇ ਲਈ ਆਜ਼ਾਦੀ ਦਾ ਕੀ ਮਤਲਬ? ਜੀ ਮੇਰੇ ਲਈ ਆਜ਼ਾਦੀ ਦਾ ਮਤਲਬ ਜਿਵੇਂ ਸਿਮਰਨ ਸਰ ਨੇ ਪਹਿਲਾਂ ਦੱਸਿਆ ਹੈਗਾ ਕਿ ਅੱਜ ਜਿੱਥੇ ਇੱਕ ਪਾਸੇ ਪੂਰੇ ਦੇਸ਼ 'ਚ ਤਿਰੰਗਾ ਲਹਿਰਾ ਕੇ ਆਜ਼ਾਦੀ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ, ਤੇ ਉੱਥੇ ਦਿੱਲੀ ਜਿਹੜੇ ਕਿਸਾਨ ਬੈਠੇ ਨੇ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਨੂੰ ਨਹੀਂ ਦੇਖਿਆ ਜਾ ਰਿਹਾ। ਮੇਰੇ ਹਿਸਾਬ ਨਾਲ ਜਿੱਥੇ ਅੱਜ ਕਈ ਥਾਵਾਂ ਤੇ ਕਿਸਾਨਾਂ ਦੁਆਰਾ ਨਾ ਟਰੈਕਟਰ ਮਾਰਚ ਵੀ ਕੀਤੇ ਗਏ ਨੇ ਪੂਰੇ ਪੰਜਾਬ 'ਚ। ਉਹ ਕਿਸਾਨ ਕਹਿ ਰਹੇ ਨੇ ਕਿ ਜੋ ਅਸੀਂ ਅੱਜ ਟਰੈਕਟਰ ਮਾਰਚ ਕਰਨ ਦਾ ਸਾਡਾ ਮਤਲਬ ਹੈ ਕਿ ਅਸੀਂ ਅੱਜ ਅਧੂਰੀ ਆਜ਼ਾਦੀ ਸੈਲੀਬ੍ਰੇਟ ਕਰ ਰਹੇ ਹਾਂਗੇ, ਅਸੀਂ ਆਜ਼ਾਦੀ ਦਿਵਸ ਨਹੀਂ ਮਨਾ ਰਹੇ ਕਿਉਂਕਿ ਅਸੀਂ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੈਗੇ। ਤੇ ਕਿਸਾਨਾਂ ਦਾ ਕਹਿਣਾ ਕਿ ਜਦੋਂ
ਸਾਡੇ ਖੇਤੀ ਕਾਨੂੰਨ ਨੇ ਜੋ ਰੱਦ ਹੋ ਗਏ ਤੇ ਕਿਸਾਨਾਂ ਦੇ ਜੋ ਦੂਸਰੇ ਮਸਲੇ ਨੇ ਜਿਸ ਦਿਨ ਉਹ ਹੱਲ ਹੋ ਗਏ ਤੇ ਮੇਰੇ ਹਿਸਾਬ ਨਾਲ ਉਸ ਦਿਨ ਆਜ਼ਾਦੀ ਮਿਲ ਜੂਗੀ ਜੀ। ਤੁਸੀਂ ਪਲੀਜ਼ ਇੱਧਰ ਆ ਜਾਓ। ਤੁਹਾਡੇ ਲਈ ਹਾਂਜੀ ਮੈਂ ਦੋਨੋਂ ਆਪਣਾ ਸਭ ਤੋਂ ਇੰਪੋਰਟੈਂਟ ਹਿੱਸਾ ਨੇ। ਤੁਸੀਂ ਅੱਗੇ ਆ ਜਾਓ ਪਲੀਜ਼। ਅਮਨ ਸੰਜੀਵ ਸਰ, ਮੈਂ ਸੰਜੀਵ ਬਾਰੇ ਜ਼ਰੂਰ ਦੱਸਣਾ ਚਾਹੁੰਦੀ ਆ। ਤੁਹਾਨੂੰ ਇਹਦੇ ਲਈ ਫਿਰ ਥੈਂਕ ਯੂ ਕਿ ਹਮੇਸ਼ਾ ਹਰ ਚੀਜ਼ ਡਿਗਰੀਆਂ ਜਾਂ ਤਜਰਬਾ ਦੇਖ ਕੇ ਨਹੀਂ ਰੱਖਿਆ ਜਾਂਦਾ, ਕੁਝ ਨੂੰ ਤਿਆਰ ਕੀਤਾ ਜਾਂਦਾ। ਮੈਨੂੰ ਯਾਦ ਹੈ ਜਿਸ ਦਿਨ ਸੰਜੀਵ ਪਹਿਲੇ ਦਿਨ ਆਇਆ, ਇਹਨੂੰ ਚਾਹ ਨਹੀਂ ਸੀ ਬਣਾਉਣੀ ਆਉਂਦੀ, ਫਿਰ ਇੱਕ ਦਿਨ ਇਹ ਮੈਨੂੰ ਸਪੈਸ਼ਲ ਦੱਸਣ ਆਇਆ ਜ਼ਰੂਰੀ ਗੱਲ ਵਾਂਗੂ ਕਿ ਮੈਮ ਮੈਂ ਚਾਹ ਬਣਾਈ 3 ਕੱਪ ਪਾਣੀ, ਇੰਨੇ ਚਮਚ ਖੰਡ, ਇੰਨੀ ਚਮਚ। ਸੋ ਇਹਦੇ ਲਈ ਇੱਕ ਪ੍ਰਾਪਤੀ ਹੈ, ਕੁਝ ਸਿੱਖਿਆ। ਆਫਿਸ ਬॉय ਦੇ ਤੌਰ ਤੇ ਸਾਡੇ ਨਾਲ ਕੰਮ ਕਰਦਾ ਔਰ ਇਹ ਦੇਖੋ ਹਰ ਕੰਮ ਜਿਹੜਾ ਉਹਦਾ ਸਨਮਾਨ ਤੇ ਸਤਿਕਾਰ ਹੋਣਾ ਚਾਹੀਦਾ। ਹਰ ਕੰਮ ਇੰਪੋਰਟੈਂਟ ਹੈ ਜ਼ਿੰਦਗੀ 'ਚ, ਕੋਈ ਕੰਮ ਛੋਟਾ ਨਹੀਂ ਹੈ। ਸ਼ਾਇਦ ਅੱਜ ਮੈਂ ਨਾਂ ਨਹੀਂ ਲੈਣਾ, ਇਸ ਟਾਈਮ ਪੰਜਾਬ 'ਚ ਚੰਗੇ ਨਾਮ ਦਾ ਜਰਨਲਿਸਟ ਹੈ, ਉਹ ਐਜ਼ ਅ ਡਰਾਈਵਰ ਆਇਆ ਚੈਨਲ 'ਚ ਇੱਕ 'ਚ, ਔਰ ਉਹ ਜਦੋਂ ਨਾਲ ਉਹਦੇ ਇੱਕ ਫੀਮੇਲ ਪੱਤਰਕਾਰ ਸੀਗੀ ਤੇ ਕੈਮਰਾਮੈਨ ਸੀ, ਜਦੋਂ ਉਹ ਜਾਂਦਾ ਸੀ ਤਾਂ ਹੌਲੀ ਹੌਲੀ ਉਹ ਗ੍ਰੈਬ ਕਰਨ ਲੱਗ ਗਿਆ। ਫਿਰ ਉਹਨੇ ਕੈਮਰਾ ਫੜਿਆ, ਕੈਮਰਾਮੈਨ ਦੇ ਨਾਲ ਕੈਮਰਾ ਸਿੱਖ ਲਿਆ। ਫਿਰ ਉਸ ਤੋਂ ਬਾਅਦ ਜਦੋਂ ਉਹ ਕਿੰਨੇ ਸਾਲ ਸੀਨੀਅਰ ਕੈਮਰਾਮੈਨ ਰਿਹਾ, ਫਿਰ ਇੱਕ ਦਿਨ ਉਹਨੇ ਕਿਹਾ ਵੀ ਮੈਂ ਮਾਈਕ ਫੜਾਂ, ਕਿਉਂਕਿ ਹੁਣ ਰੋਜ਼ ਜਾਂਦਾ ਸੀ, ਤਜਰਬਾ ਹੋ ਗਿਆ, ਸਾਰਾ ਕੁਝ ਪਤਾ ਲੱਗ ਗਿਆ। ਅੱਜ ਉਹ ਮਤਲਬ ਚੰਗੇ ਨਾਮ ਤੇ ਅੱਛੀ ਵੱਡੇ ਚੈਨਲ 'ਚ ਬੜੇ ਨਾਮੀ ਪੱਤਰਕਾਰ ਹੈ ਉਹ ਬੰਦਾ ਪੰਜਾਬ ਦਾ, ਔਰ ਉਹ ਕਿਸੇ ਟਾਈਮ ਤੇ ਅੱਜ ਤੋਂ 20 ਸਾਲ ਦੇ ਨੇੜੇ ਤੇੜੇ ਪਹਿਲਾਂ ਐਜ਼ ਅ ਡਰਾਈਵਰ ਭਰਤੀ ਹੋਇਆ ਸੀ ਉਹ ਬੰਦਾ। ਸੋ ਇਹ ਕੁਛ ਵੀ ਹੈ, ਤੁਸੀਂ ਸ਼ੁਰੂਆਤ ਕਰੋ, ਕੋਈ ਪਤਾ ਨਹੀਂ ਤੁਹਾਡੀ ਜ਼ਿੰਦਗੀ ਕਿੱਥੇ ਜਾ ਕੇ ਬਦਲ ਦੇਣੀ ਹੈ। ਇਸ ਕਰਕੇ ਦੋਨੋਂ ਇਹ ਵੀ ਸਾਡਾ, ਇਹਨਾਂ ਨੂੰ ਵੀ ਆਜ਼ਾਦੀ ਪੁੱਛੋ। ਤੁਹਾਡੇ ਲਈ ਆਜ਼ਾਦੀ ਦਾ ਕੀ ਮਤਲਬ ਆ? ਤੁਸੀਂ ਮਹਿਸੂਸ ਕਰਦੇ ਆ ਵੀ ਹੁਣ ਆਪਾਂ ਆਜ਼ਾਦ ਹੈਗੇ ਆ? ਨਹੀਂ ਮੈਮ, ਬਸ ਨਹੀਂ ਲੱਗਦਾ ਕਿ ਆਜ਼ਾਦ ਆ? ਕਿਉਂ ਨਹੀਂ ਲੱਗਦਾ ਮੈਮ? ਜਿਸ ਹਿਸਾਬ ਨਾਲ ਮਾਹੌਲ ਹੈ ਜੀ ਅੱਜ ਕੱਲ੍ਹ ਦਾ ਮਾਹੌਲ ਜੀ, 'ਚ ਕੀ ਬੁਰਾ ਲੱਗ ਰਿਹਾ? ਬਸ ਕੀ ਚੰਗਾ ਨਹੀਂ ਆ ਮਾਹੌਲ ਦੇ ਵਿੱਚ? ਕਿਸਾਨ ਮੈਮ ਜੀ, ਜੋ ਕਿ ਉਹਨਾਂ ਨੂੰ ਮਿਲਿਆ ਨਹੀਂ ਜੋ ਚਾਹੁੰਦੇ ਸੀਗੇ ਜੀ, ਤੇ ਕੁਝ ਕਰੋਨਾ ਮੈਮ, ਤਾਂ ਕਰਕੇ ਮੈਮ ਬਸ। ਤੁਹਾਡਾ ਕੋਈ ਕਿਸਾਨੀ ਨਾਲ ਲੈਣਾ ਦੇਣਾ ਤਾਂ ਨਹੀਂ ਹੋਣਾ? ਨਹੀਂ ਸਰ, ਹੈ ਜੀ। ਅੱਛਾ, ਖੇਤ ਹੈਗੇ ਤੁਹਾਡੇ, ਜ਼ਮੀਨ ਹੈਗੀ? ਨਹੀਂ ਸਰ, ਹੈ ਫਰੈਂਡਸ ਵਗੈਰਾ ਦੇ ਨੇ। ਰੋਟੀ ਜਿਹਦਾ ਰੋਟੀ ਨਾਲ ਵਾਸਤਾ ਉਹਦਾ ਕਿਸਾਨੀ ਨਾਲ ਵਾਸਤਾ ਹੈ। ਹਾਂਜੀ, ਤੁਹਾਡੇ ਲਈ ਆਜ਼ਾਦੀ ਦਾ ਕੀ ਮਤਲਬ ਹੈ? ਦੇਖੋ ਮੈਡਮ, ਆਜ਼ਾਦੀ ਤਾਂ ਇਹ ਆਈ, ਦੇਖੋ ਆਜ਼ਾਦੀ ਕਿਸੇ ਨੂੰ ਨਹੀਂ ਮਿਲਦੀ ਹੈਗੀ, ਠੀਕ ਹੈ ਨਹੀਂ? ਜਿਵੇਂ ਕਿ ਪ੍ਰੋਟੈਸਟ ਹੁੰਦੇ ਆ, ਵਾਈਪੀਐਸ ਚੌਂਕ, ਹਰੇਕ ਦੇ ਡਾਂਗਾ ਪੈਂਦੀਆਂ, ਹਰੇਕ ਪ੍ਰੋਟੈਸਟ ਹੁੰਦਾ ਜੀ, ਹਰੇਕ ਵੀ ਮੁਲਾਜ਼ਮ ਆਉਂਦਾ ਉੱਥੇ, ਉਹਨਾਂ ਦੇ ਡਾਂਗਾ ਪੈਂਦੀਆਂ ਨੇ, ਉਹਨਾਂ ਨੂੰ ਬੱਸਾਂ ਵਿੱਚ ਡੱਕਿਆ ਜਾਂਦਾ ਹੈ, ਠੀਕ ਹੈ ਜੀ। ਬਟ ਇਹ ਆਜ਼ਾਦੀ ਨਹੀਂ ਹੈਗੀ। ਦੇਖ ਲਓ ਅੱਜ ਵੀ ਕਿਸਾਨ ਉੱਥੇ ਬੈਠੇ ਨੇ, ਵਾਈਪੀਐਸ ਰੋਡ ਵੀ ਬੈਠੇ ਨੇ, ਟਰੈਕਟਰ ਮਾਰਚ ਵੀ ਕੱਢਦੇ ਨੇ, ਤਾਂ ਉਹਨਾਂ ਨੂੰ ਵਾਈਪੀਐਸ ਦਾ ਬੈਰੀਕੇਡ ਵੀ ਨਹੀਂ ਟੱਪਿਆ ਜਾਣ ਦਿੰਦਾ, ਤੇ फिर भी किसान उत्थे बैठे ने भी। ओके, आपके लिए आज़ादी का क्या मतलब? इतनी तो समझते हैं। बोलूगी ये औखी सौखी बोल जी, चल हिंदी बोल रहा है, मासी है वो भी। देखा जाए तो हम अभी तक पूरी तरह आज़ाद नहीं हुए हैं। जैसे किसान कई महीनों से संघर्ष कर रहे हैं बैठे हुए, फिर भी उनको उनका हक नहीं मिल रहा है। तो देखा जाए तो हम अभी तक पूरी तरह आज़ाद नहीं है। ओके, साडे पीसीआर मेरे मुँह चों हिंदी अच्छा हाँ विजय ਪਹਿਲਾਂ ਤਾਂ ਆਪਣਾ ਕੰਮ ਦੱਸ ਦਿਓ ਇੱਥੇ ਕੀ ਆ ਤੇ ਕੀ ਲੱਗਦਾ ਹੈ ਆਜ਼ਾਦੀ ਹੈਗੀ ਹੈ ਸਾਡੇ ਕੋਲ ਅਸਲੀ ਮਾਇਨੇ ਚ? ਫਰਲੋ ਮਾਰਨਾ, ਦੇਖਣਾ ਵੀ ਸਰ ਆ ਗਏ ਨਹੀਂ ਆਏ, ਚਲੋ ਉੱਡ ਜਾਓ। ਫਿਰ ਇਹਦੇ ਕੋਲੇ ਸਾਰੇ ਕੈਮਰਿਆਂ ਦਾ ਐਕਸੈਸ ਹੈ, ਫਿਰ ਇਹ ਦੇਖ ਲੈਂਦਾ ਵੀ ਸਰ ਆ ਗਏ ਹੁਣ, ਫਿਰ ਆਪਦੀ ਸੀਟ ਤੇ ਬਹਿ ਜਾਂਦਾ ਆ ਕੇ ਬਾਅਦ। ਇਹਦਾ ਆਹ ਕੰਮ ਹੈ ਦਫ਼ਤਰ, ਹੋਰ ਕੋਈ ਕੰਮ ਨਹੀਂ ਹੈ। ਇਹਦੇ ਬਾਵਜੂਦ ਲੱਗਦਾ ਤੁਸੀਂ ਆਜ਼ਾਦ ਆ? ਨਹੀਂ ਸਰ, ਇਹ ਤੋਂ ਵੱਡੀ ਆਜ਼ਾਦੀ ਕੀ ਹੋਊਗੀ? ਵੀ ਬੰਦੇ ਨੂੰ ਤਨਖਾਹ ਪੂਰੀ ਮਿਲਣੀ ਹੈ ਪਰ ਆਪਦੇ ਮਜ਼ੇ ਨਾਲ ਕੰਮ ਕਰਨਾ ਹੈ, ਸਭ ਤੋਂ ਵੱਡੀ ਆਜ਼ਾਦੀ ਬੋਲਣਾ ਇਹੀ ਹੈ। ਚਾਹੋਗੇ ਕੋਈ ਕਮੈਂਟ? ਨਹੀਂ ਜੀ। ਇਹ ਦੋਵੇਂ ਨਾ, ਆਹ ਦੋਨੋਂ ਖੜੇ ਆ ਜਿਹੜੇ, ਇਹ ਮਾਮਾ ਭਾਂਜਾ ਤਾਂ ਹੈ ਇਹਨਾਂ ਦਾ, ਹੋਰ ਹੀ ਕੋਈ ਰਿਸ਼ਤਾ ਹੈ ਇਹਨਾਂ ਦੋਨਾਂ ਦਾ। ਇਹ ਇੱਕ ਦੂਜੇ ਨਾਲ ਜਿਵੇਂ ਉਹ ਮਨੀ ਹੀਸਟ ਚੋਂ ਰਹਿੰਦੇ ਨਾ ਇਕੱਠੇ, ਉਵੇਂ ਸਕੇ ਮਾਮਾ ਭਾਂਜਾ। ਆ ਦੇਖ ਲਓ, ਸਾਨੂੰ ਪਤਾ ਹੀ ਨਹੀਂ ਇਹ ਗੱਲ, ਇਹ ਕੋਈ ਏਜੰਸੀਆਂ ਦੀ ਚਾਲ ਹੈ ਮੈਨੂੰ ਲੱਗਦਾ। ਤੇ ਇਹ ਦੋਵੇਂ ਇਕੱਠੇ ਆਉਂਦੇ ਆ, ਇਕੱਠੇ ਜਾਂਦੇ ਆ। ਜੇ ਮੋਟਰਸਾਈਕਲ ਪੈਂਚਰ ਹੁੰਦਾ ਤਾਂ ਇਕੱਠਿਆਂ ਦਾ ਹੁੰਦਾ, ਜੇ ਕਿਸੇ ਦੇ ਸੱਟ ਲੱਗੀ ਹੈ ਤਾਂ ਇਕੱਠਿਆਂ ਦੇ ਲੱਗਦੀ ਹੈ। ਇਹਨਾਂ ਦਾ ਰਜਿਸਟਰ ਕਢਾ ਲਓ ਛੁੱਟੀਆਂ ਵਾਲਾ, ਇਕੱਠੇ ਦਿਨ ਹੀ ਛੁੱਟੀ ਹੋਊਗੀ, ਕੋਈ ਦਿਨ ਅੱਡ ਨਹੀਂ। ਪਰ ਫਿਰ ਵੀ ਇਹ ਸਾਡਾ ਬਹੁਤ ਇੰਪੋਰਟੈਂਟ ਹਿੱਸਾ ਨੇ। ਇਹ ਕੁਝ ਲੋਕ ਐਸੇ ਹੁੰਦੇ ਆ, ਜੇ ਘੱਟ ਵੀ ਕਰਦੇ ਤਾਂ ਚੰਗਾ ਕਰਦੇ ਆ। ਸੋ ਜਿੰਨਾ ਵੀ ਇਹ ਕਰੀ ਜਾਂਦੇ ਚੰਗਾ ਕਰਦੇ ਆ। ਔਰ ਕੌਣ ਪਿੱਛੇ ਰਹਿ ਗਿਆ? ਹਰਜਿੰਦਰ ਔਰ ਹਰਪ੍ਰੀਤ ਜੀ ਤੇ ਜਗਰੂਪ। ਜਦੋਂ ਤੱਕ ਇਹ ਆਉਂਦੇ ਆ, ਮੈਂ ਸਾਡੀ ਫੈਮਿਲੀ ਦੇ ਸਭ ਤੋਂ ਵੱਡੇ ਮੈਂਬਰ ਅੰਕਲ ਜੀ ਤੋਂ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਅੱਜ ਤੁਸੀਂ ਜੀ ਮੇਰੇ ਫਾਦਰ ਨੇ,
ਇਹ ਵੀ ਦੱਸਣਾ ਜ਼ਰੂਰੀ ਹੈ। ਮੈਂ ਤਾਂ ਖੁਦ ਦੱਸ ਦੇਣਾ ਸੀ। ਅੰਕਲ ਅੱਜ ਦੇ ਦਿਨ ਤੇ ਕੀ ਕਹਿਣਾ ਚਾਹੋਗੇ, ਸਪੈਸ਼ਲੀ ਸਾਨੂੰ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਰਮਨ, ਬੱਚਿਆਂ ਨੇ ਸਾਰਿਆਂ ਨੇ 75 ਸਾਲ ਹੋ ਗਏ ਮੁਲਕ ਆਜ਼ਾਦ ਹੋਏ ਨੂੰ ਜੀ। ਮੇਰੀ ਉਮਰ 60 ਸਾਲ ਹੈ ਜੀ। ਮੈਂ ਸਾਰੀ ਜਿਹੜੀ ਪਿਛਲੀ ਰੀਲ ਹੈ ਦੇਖੀ ਹੈ। ਮੁਲਕ ਨੇ ਬਹੁਤ ਤਰੱਕੀ ਕੀਤੀ, ਬਹੁਤ ਤਰੱਕੀ ਕੀਤੀ। ਮੈਨੂੰ ਤੁਹਾਡਾ ਇੱਕ ਬੱਚਿਆਂ ਤੇ ਜਵਾਨਾਂ ਤੇ ਗਿਲਾ ਹੈ ਕਿ ਤੁਸੀਂ ਸਾਰੇ ਇਹ ਚੁਣੀ ਜਾਂਦੇ ਹੋ ਜੀ ਮੈਨੂੰ ਆਹ ਆਜ਼ਾਦੀ ਨਹੀਂ ਉਹ ਨਹੀਂ। ਜਿਹੜਾ ਤੁਸੀਂ ਅੱਜ ਇੱਥੇ ਸਾਰਾ ਕੁਝ ਦੇਖੀ ਜਾਂਦੇ ਹੋ ਇਹ ਉਹ ਆਜ਼ਾਦੀ ਕਰਕੇ ਹੀ ਹੋਇਆ। ਇੰਨੀ ਤਰੱਕੀ ਕੀਤੀ ਮੁਲਕ ਨੇ। ਇੱਕ ਸਭ ਤੋਂ ਜਿਹੜੀ ਵੱਡੀ ਚੀਜ਼ ਹੋਈ, ਇੰਨੇ ਹਾਲਾਤਾਂ ਦੇ ਬਾਵਜੂਦ ਵੀ ਆਪਣੇ ਮੁਲਕ ਨੇ, ਖਾਸ ਕਰਕੇ ਪੰਜਾਬੀਆਂ ਨੇ, ਆਪਸੀ ਭਾਈਚਾਰਾ, ਵੱਖ-ਵੱਖ ਸਮੇਂ ਤੇ ਹਾਲਾਤ ਬਣੇ, ਉਹ ਕਦੇ ਨਹੀਂ ਗਵਾਇਆ। ਉਸ ਲਈ ਪੰਜਾਬੀ ਦੇਸ਼ ਵਾਸੀ ਸਾਰੇ ਵਧਾਈ ਦੇ ਪਾਤਰ ਹੈ। ਔਰ ਹੁਣ ਜਿਹੜਾ ਮੁਲਕ ਹੈ ਉਹ ਤੁਹਾਡੇ ਨੌਜਵਾਨਾਂ ਦੇ ਹੱਥ ਹੈ। ਬਜਾਏ ਇਹ ਲਾਂਭੇ ਦੇਣ ਦੇ ਤੁਸੀਂ ਆਪ ਅੱਗੇ ਆਓ ਤੇ ਇਹ ਮੁਲਕ ਨੂੰ ਸੰਭਾਲੋ। ਸ਼ੁਕਰੀਆ ਬਹੁਤ ਬਹੁਤ। ਸੋ ਹਰਜਿੰਦਰ ਬਈ, ਤੁਹਾਡੇ ਲਈ ਆਜ਼ਾਦੀ ਦਾ ਕੀ ਮਤਲਬ ਹੈ? ਆਜ਼ਾਦੀ ਮੈਡਮ ਦੇਖੋ ਜੀ, ਪਿੰਜਰਾ ਚਾਹੇ ਲੋਹੇ ਦਾ ਚਾਹੇ ਸੋਨੇ ਦਾ, ਤੇ ਉਹ ਉੱਥੇ ਹੀ ਆ। ਤੇ ਆਜ਼ਾਦੀ ਐ ਹੋ ਸਕਦੀ ਹੈ ਕਿ ਇੱਕ ਛੋਟੀ ਜਿਹੀ ਪੰਕਤੀ ਆ, ਏਕ ਪਿਤਾ ਏਕ ਸਕੇ ਹਮ ਬਾਰ, ਠੱਗੀ ਕੌਣ ਮਾਰੂ, ਝੂਠ ਕੌਣ ਕਿਹਦੇ ਨਾਲ ਬੋਲੂ, ਜੇ ਸਾਨੂੰ ਪਤਾ ਲੱਗ ਜੇ ਕਿ ਸਾਰੇ ਤਾਂ ਇੱਕੋ ਦੀ ਲਾਦ ਆ, ਤਾਂ ਇਹੀ ਆਜ਼ਾਦੀ ਮੇਰੇ ਖਿਆਲ ਨਾਲ ਕਿ ਫਿਰ ਧੀਆਂ ਭੈਣਾਂ ਵੀ ਸੁਰੱਖਿਅਤ ਰਹਿਣਗੀਆਂ ਤੇ ਸਾਰੇ ਖੁਸ਼ ਰਹਿਣਗੇ। ਥੈਂਕ ਯੂ ਸੋ ਮਚ ਸਰ। ਇਹਨਾਂ ਨੇ ਆਖਰੀ ਸੁਣਾਈ ਸਾਰੇ ਇਹ ਬਹੁਤ ਸੋਹਣੀ ਇਹਦੇ ਆਜ਼ਾਦ ਖਿਆਲ ਨੇ, ਮੈਨੂੰ ਚੰਗੇ ਲੱਗਦੇ ਇਹਦੇ ਖਿਆਲ ਕਿ ਇਹ ਉਹ ਬੱਬੂ ਮਾਨ ਦੀਆਂ ਲਾਈਨਾਂ, ਮੈਂ ਬਾਗੀ ਤਬੀਅਤਾਂ ਦਾ ਮਾਲਕ, ਤੇ ਉਵੇਂ ਇਹ ਬਾਗੀ ਤਬੀਅਤਾਂ ਦਾ ਮਾਲਕ ਹੈ। ਪਰ ਇਹ ਦੇਖੋ ਆਜ਼ਾਦੀ ਤਾਂ ਹੀ ਹੈ ਜੇ ਹਰੇਕ ਦੇ ਵਿਚਾਰ ਨੂੰ ਤੁਸੀਂ ਸਤਿਕਾਰ ਕਰੋਗੇ। ਥੋਪੋ ਨਾ ਸਾਡੇ ਤੇ ਕੁਝ ਵੀ, ਨਾ ਤਾਂ ਓਵਰ ਨੈਸ਼ਨਲਿਜ਼ਮ ਥੋਪੋ। ਅਸੀਂ ਫੈਡਰਲ ਢਾਂਚੇ 'ਚ ਬੈਠੇ ਹਾਂ, ਅੱਜ ਹਰੇਕ ਦਾ ਸਤਿਕਾਰ ਹੈ। ਵੰਨ ਸੁਵੰਨਤਾ ਹੀ ਸਾਡੀ ਖੂਬਸੂਰਤੀ ਹੈ। ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰੋ। ਕੋਈ ਇੱਕ ਭਾਸ਼ਾ ਨਾ ਥੋਪੀ ਜਾਵੇ ਕਿਸੇ ਤੇ, ਔਰ ਕੋਈ ਕਿਸੇ ਦੇਸ਼ ਦੇ ਕਿਸੇ ਇੱਕ ਹਿੱਸੇ ਦੇ ਲੋਕ ਵੱਡੇ ਨਹੀਂ ਤੇ ਦੂਜੇ ਛੋਟੇ ਨਹੀਂ। ਕੋਈ ਉੱਠ ਕੇ ਸਵੇਰੇ ਤਮਿਲਨਾਡੂ ਦਾ ਵੀ ਪ੍ਰਧਾਨ ਮੰਤਰੀ ਹੋ ਸਕਦਾ ਹੈ, ਕੋਈ ਪੌਂਡੀਚੇਰੀ ਤੋਂ ਵੀ ਆ ਸਕਦਾ, ਉਹ ਵੀ ਹੋ ਸਕਦਾ ਹੈ। ਹਰੇਕ ਧਰਮ ਦਾ ਬੰਦਾ, ਜੇ ਮਨਮੋਹਨ ਸਿੰਘ ਸਿੱਖ ਸੀਗੇ, ਬਾਕੀ ਹਿੰਦੂ ਪ੍ਰਧਾਨ ਮੰਤਰੀ ਦੇਖੇ ਹੈ, ਅਬਦੁਲ ਕਲਾਮ ਸਾਹਿਬ ਵਰਗੀ ਸ਼ਖਸੀਅਤ ਨੂੰ ਤਾਂ ਧਰਮਾਂ 'ਚ ਅਸੀਂ ਤੋਲ ਹੀ ਨਹੀਂ ਸਕਦੇ, ਉਹ ਐਡੀ ਵੱਡੀ ਸੀਗੀ। ਤਾਂ ਹਰ ਧਰਮ ਦਾ, ਹਰ ਖਿੱਤੇ ਦਾ, ਹਰ ਬੋਲੀ ਦਾ, ਵੰਨ ਸੁਵੰਨਤਾ ਦਾ ਜਿਹੜਾ ਜਿਹਦੀ ਸਾਡੀ ਦਰਅਸਲ ਦੇਸ਼ ਦੀ ਰੂਹ ਹੈ, ਜਿਹੜੀ ਵੰਨ ਸੁਵੰਨਤਾ ਸਾਰੇ ਕਲਚਰਸ ਦਾ, ਉਹ ਸਤਿਕਾਰ ਹੋਵੇ। ਔਰ ਮੈਂ ਚਾਹੁੰਦਾ ਕਿ ਆਖਰ ਦੇ ਵਿੱਚ ਅਸੀਂ ਫਿਰ ਇੱਕ ਵਾਰੀ ਸਾਰੇ ਇਕੱਠੇ ਹੋ ਜਾਓ ਕਿ ਕਿਸਾਨੀ ਦੇ ਨਾਮ ਸਾਡਾ ਇਹ ਆਜ਼ਾਦੀ ਦਿਹਾੜਾ, ਜਿਸ ਦਿਨ ਕਿਸਾਨ ਆਜ਼ਾਦ ਮਹਿਸੂਸ ਕਰੂਗਾ, ਸਾਨੂੰ ਲੱਗਦਾ ਹੈ ਕਿ ਅਸੀਂ ਹੋਰ ਖੂਬਸੂਰਤੀ ਦੇ ਨਾਲ ਇਸ ਦਿਨ ਨੂੰ ਮਨਾਵਾਂਗੇ। ਸੋ ਜਾਂਦੇ ਜਾਂਦੇ ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ। ਸੋ ਧੰਨਵਾਦ ਸਾਰਿਆਂ ਦਾ। ਬਹੁਤ ਬਹੁਤ ਸ਼ੁਕਰੀਆ। ਸੋ ਅੱਜ ਤੁਸੀਂ ਸਾਡੇ ਔਨ-에ਅਰ ਦੇ ਪਰਿਵਾਰ ਨੂੰ ਮਿਲੇ ਆ, ਪਰ ਔਨ-에ਅਰ ਨੂੰ ਜਿਸ ਤਰੀਕੇ ਨਾਲ ਤੁਸੀਂ ਪਿਆਰ ਦਿੱਤਾ, ਇਸੇ ਤਰ੍ਹਾਂ ਦੇ ਪਿਆਰ ਦੇ ਅੱਗੇ ਵੀ ਤਲਬਗਾਰ ਰਵਾਂਗੇ। ਆਲੋਚਨਾ ਵੀ ਠੀਕ ਹੈ, ਕਮੀਆਂ ਵੀ ਤੁਸੀਂ ਦੱਸਣੀਆਂ ਹੁੰਦੀਆਂ ਜੇ ਪਿਆਰ ਤੁਸੀਂ ਦਿੱਤਾ, ਪਰ ਨਾਲ ਦੀ ਨਾਲ ਹੱਲਾਸ਼ੇਰੀ ਜਿਹੜੀ ਆ ਉਹ ਸਹੀ ਚੀਜ਼ਾਂ ਦੇ ਉੱਤੇ ਨਿਰਪੱਖ ਹੋ ਕੇ ਦੇਣੀ ਬਣਦੀ ਆ। ਸੋ ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਔਨ-에ਅਰ ਦੇ ਨਾਲ। ਮੈਂ ਉੱਦਾਂ ਹੀ ਕਲੋਜ਼ਿੰਗ ਕਰੂੰਗੀ। ਦੇਖਦੇ ਰਹੋ ਔਨ-에ਅਰ।